3 ਵਾਰ ਇੰਟਰਵਿਊ ਦੇ ਲਈ ਮਿਲੇ ਆ, ਪਤਾ ਨਹੀਂ ਸਾਡੇ ਕੱਪੜਿਆਂ ਦੇ ਰੰਗ ਮਿਲ ਜਾਂਦੇ ਆ, ਹੈ ਨਾ। ਅੱਛਾ ਤਿੰਨਾਂ ਦੇ ਮਿਲ ਰਹੇ ਆ। ਮੇਰੀ assumption ਹੈ ਐਕਚੁਅਲੀ ਕਿ ਵਿਦਨ 15 or 20 years ਜਿਹੜੀ ਫੀਮੇਲ ਡੋਮੀਨੇਸ਼ਨ ਇੱਥੇ ਹੋਣੀ ਆ ਬਾਬ, ਉਸ ਤੋਂ ਬਾਅਦ ਉਹ ਡਿਕਟੇਟ ਕਰਿਆ ਕਰਨਗੇ, ਓਏ ਤੂੰ ਆ ਕਰ, ਓਏ ਤੂੰ ਆ ਕਰ, ਤੇ ਫਿਰ ਮੈਨਿਜ਼ਮ ਸ਼ੁਰੂ ਕਰਾਂਗੇ ਅਸੀਂ। ਫਿਰ ਉਹ ਕਰਨਗੇ, ਫਿਰ ਉਹ ਸ਼ੁਰੂ ਹੋਗਾ 100%। US ਤਾਂ ਹੋ ਗਿਆ ਮੇਰੇ ਖਿਆਲ 'ਚ, ਹੁਣ ਉਹਨਾਂ ਦੀ ਆਪਣੀਆਂ ਪ੍ਰੋਟੈਕਸ਼ਨ ਹੁੰਦੀਆਂ ਕਿ ਯਾਰ ਬॉयਜ਼ ਨੂੰ ਕੋਈ ਨਹੀਂ ਪੁੱਛ ਰਿਹਾ, ਦਿਸ ਐਂਡ ਦੈਟ ਆਲਰੇਡੀ ਸਟਾਰਟਡ, ਹੈ ਨਾ। ਕਹਿੰਦੇ ਨਹੀਂ ਹੁੰਦੇ ਆਮ ਟਾਇਰਡ ਆਫ ਇਟ। ਹਰ ਬੰਦਾ ਕੋਈ ਵੀ ਇੰਟਰਵਿਊ ਲਾਉਂਦਾ ਨਾ, ਉਹਦੀ ਪਹਿਲੀ ਪਰਸੈਪਸ਼ਨ ਇਹੀ ਹੁੰਦੀ ਹੈ, ਬਟ ਆਫਟਰ ਫਿਊ ਮਿੰਟਸ ਮੈਨੂੰ ਲੱਗਦਾ ਚੇਂਜ ਹੋ ਜਾਂਦੀ ਹੈ। ਪਤਾ ਤੀਜੀ ਵਾਰੀ ਮਿਲੇ ਮੈਨੂੰ ਲੱਗਦਾ ਚੇਂਜ ਹੋ ਗਈ ਹੋਣੀ ਹੈ ਤੁਹਾਡੀ। ਇਹਨਾਂ ਦੀ ਵੀ ਇਹੀ ਸੀ, ਪਹਿਲੀ ਵਾਰੀ ਜਦੋਂ ਅਸੀਂ ਮਿਲੇ ਸ਼ੀ ਵਾਸ ਵੈਰੀ ਰਿਜ਼ਰਵਡ ਕਿ ਅੱਛਾ ਮੈਂ ਤਾਂ ਵਾਈਟ ਸੂਟ ਖਰੀਦ ਕੇ ਆਈ ਸੀ ਫੈਬ ਇੰਡੀਆ ਤੋਂ, ਮੈਂ ਤਾਂ ਐਂ ਬੈਠੀ ਸੀ। ਮਤਲਬ ਹੁਣ ਮੈਨੂੰ ਪਤਾ ਨਹੀਂ ਕਿ ਮੈਂ ਇਹਨੂੰ ਕਿਸ ਤਰ੍ਹਾਂ ਜਸਟੀਫਾਈ ਕਰਾਂ, ਕਿੱਦਾਂ ਕਲੈਰੀਫਾਈ ਕਰਾਂ, ਕਿੱਦਾਂ ਐਸਟੈਬਲਿਸ਼ ਕਰਾਂ। ਤੇ ਜਦੋਂ ਤੁਸੀਂ ਕਿਸੇ ਨੂੰ ਇੰਨੀ ਰਿਸਪੈਕਟ ਕਰਦੇ ਹੋ ਤਾਂ ਯੂ ਵਾਂਟ ਦੈਟ ਪਰਸਨ ਟੂ ਆਲਸੋ ਬੀ ਇੰਪ੍ਰੈਸਡ ਬਾਈ ਯੂ। ਕਿਹਦੇ ਨਾਲ ਫਿਲਮ ਕਰ ਲਈ। ਓਕੇ ਅੰਡਰਸਟੂਡ। ਆਈ ਥਿੰਕ ਇਹ ਜਸਟੀਫਿਕੇਸ਼ਨ ਆ ਸਾਰਿਆਂ ਦੀ, ਜੋ ਵੀ ਤੁਹਾਡੇ ਫੈਨਸ ਨੇ, ਜੋ ਵੀ ਤੁਹਾਨੂੰ ਸੁਣਦੇ ਨੇ। ਸੋ ਇਹ ਸਾਰਿਆਂ ਦਾ ਇਹ ਹੁੰਦਾ ਕਿ ਅਸੀਂ ਵੀ ਜਦੋਂ ਮਿਲਾਂਗੇ ਤਾਂ ਆਪਾਂ ਵੀ ਲੱਗੀਏ ਨਾ ਕਿ ਮਤਲਬ ਨਹੀਂ that is cute। ਸਮਾਲ ਟਾਕ ਵਾਲੀ ਗੱਲ ਹੋ ਰਹੀ ਹੈ। I think this is it, this is the reason। ਅਜੇ ਤੁਹਾਨੂੰ ਯੂਨੀਵਰਸਿਟੀ ਦੀ ਇੰਗਲਿਸ਼ ਹੱਟ ਯਾਦ ਹੈ? ਹਾਂਜੀ ਹਾਂਜੀ 100%। ਮੈਂ ਪਿਛਲੇ 10 ਦਿਨਾਂ 'ਚ ਮੈਂ ਕਹਿੰਦੀ ਬਹੁਤ ਕੋਸ਼ਿਸ਼ਾਂ ਕੀਤੀਆਂ ਕਿ ਤੁਹਾਨੂੰ ਉੱਥੇ ਲਿਜਾ ਕੇ ਇੰਟਰਵਿਊ ਕੀਤਾ ਜਾਵੇ, ਕਿਉਂਕਿ ਤੁਹਾਡੀਆਂ ਬੜੀਆਂ ਯਾਦਾਂ ਉੱਥੇ ਨਾਲ ਜੁੜੀਆਂ ਹੋਈਆਂ ਨੇਗੀਆਂ। ਮੋਤੀ ਚਮੇਲੀ ਦਾ ਜਿਹੜਾ ਹੈ ਨਹੀਂ, ਮਿੱਠੇ ਮਿੱਠੇ ਫੁੱਲ ਨੇ ਸਫੈਦਿਆਂ ਤੋਂ ਕਿਰੀ ਜਾਂਦੇ ਝੁੱਕ ਕੇ ਹੋਠਾਂ ਦੇ ਨਾਲ, ਜਿਹੜੇ ਸਫੈਦੇ ਉੱਤੇ ਫੁੱਲ ਡਿੱਗੇ ਹੋਏ ਸੀ, ਮੈਂ ਉਹਨਾਂ ਤੋਂ ਹੀ ਉਹ ਗਾਣਾ ਲਿਖਿਆ ਸੀ। ਫਿਲਮ ਵਿੱਚ ਵੀ ਦਿਖਾਇਆ ਹੈ ਕਿ ਹਾਊ ਯੂ ਕੈਨ ਸਲੋਲੀ ਮੈਂਟਲੀ ਕਿਸੇ ਨੂੰ ਤੁਸੀਂ ਕਿਵੇਂ ਤੋੜ ਸਕਦੇ ਹੋ। ਬਿਲਕੁਲ। ਇਹ ਮਤਲਬ ਇੱਕ ਰੇਪ ਨਾਲ ਨਹੀਂ ਹੁੰਦਾ, ਇੱਕ ਇਨਸਟੈਂਸ ਨਾਲ ਨਹੀਂ ਹੁੰਦਾ। ਇਹ ਸਲੋਲੀ ਬਾਈ ਸੋਸਾਇਟੀ ਜੇ ਕਿਸੇ ਨੂੰ ਸਪੋਰਟ ਨਹੀਂ ਮਿਲਦੀ, ਉਹ ਕਿਵੇਂ ਟੁੱਟਦਾ ਹੈ ਤੇ ਉਹ ਕਿਵੇਂ ਖਤਮ ਹੋ ਜਾਂਦਾ ਹੈ। ਮੇਰੀ ਬੇਟੀ ਫਟ ਦੇ ਨੇ ਕਹਿ ਦਿੰਦੀ ਆ, ਯੂ نو ਭਾਵੇਂ ਕਿਸੇ ਨੂੰ ਰਿਸ਼ਤੇਦਾਰ ਨੂੰ ਬੁਰਾ ਲੱਗੇ, ਹੱਗ ਨੋ। ਹਾਂ ਠੀਕ ਆ, ਉਹਨਾਂ ਦਾ ਰਾਈਟ ਆ, ਉਹਨਾਂ ਦੀ ਬਾਡੀ ਆ, ਨਹੀਂ ਹੱਗ ਦੇਣੀ ਤਾਂ ਨਹੀਂ ਦੇਣੀ। ਮੈਨੂੰ ਲੱਗਦਾ ਕਿ ਜੋ ਵੀ ਦਿਲ ਕਰਦਾ, ਜਿਵੇਂ ਵੀ ਦਿਲ ਕਰਦਾ, ਜਿਹਨੂੰ ਤੁਸੀਂ ਕਹਿ ਸਕਦੇ ਹੋ, ਉੱਥੇ ਲਫ਼ਜ਼ ਮੁਹੱਬਤ ਜ਼ਾਹਿਰ ਜੀ ਗੱਲ ਹੈ ਐਗਜ਼ਿਸਟ ਕਰਦਾ। ਅਦਰਵਾਈਜ਼ ਉੱਥੇ ਕੁਝ ਹੋ ਰਿਹਾ, ਉਹ ਮੁਹੱਬਤ ਨਹੀਂ ਹੈਗੀ। ਪੋਇਟ ਦਾ ਇਹੀ ਹੁੰਦਾ ਕਿ ਉਹ ਤੁਹਾਡਾ ਜ਼ਰੀਆ ਹੁੰਦਾ, ਸਮਟਾਈਮਸ ਉਹ ਕ੍ਰੀਏਟਰ ਨਹੀਂ ਹੁੰਦਾ। ਉਹਨੇ ਬਸ ਯੂਨੀਵਰਸ 'ਚੋਂ ਨਾ ਕੋਈ ਨਾ ਕੋਈ ਐਲੀਮੈਂਟ ਉਹਦੇ ਆਲੇ ਦੁਆਲੇ ਫਿਰਦਾ, ਉਹਨੇ ਉਹਨੂੰ ਲਫ਼ਜ਼ ਦੇ ਦਿੱਤੇ ਹੁੰਦੇ ਆ। ਉਹ ਹੁੰਦਾ ਇਮੋਸ਼ਨ ਸਾਰਿਆਂ ਦਾ ਹੀ। ਤੁਸੀਂ ਗਾਣਾ ਸੁਣਿਆ ਮੁਸ਼ਤਾਕ? ਗਾਓ ਇੱਕ ਲਾਈਨ। ਅੱਜ ਪਤਾ ਨਹੀਂ ਮੇਰੇ ਮੂੰਹ ਤੇ ਚੜਿਆ ਹੋਇਆ, ਆਈ ਡੋਨਟ ਨੋ ਹਾਊ ਵਾਈ। ਮੁਸ਼ਤਾਕ ਦਿਦਾਰਾਂ ਹਾਂ ਆਈਵ ਹਰਡ ਇਟ। ਵੀ ਸੋਸ਼ਲ ਵੇਖ ਰਹੇ ਹੋ ਤੁਸੀਂ, ਮੈਂ ਗੁਰਦੀਪ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਹਾਂ। ਸਤਿ ਸ਼੍ਰੀ ਅਕਾਲ। ਉਮੀਦ ਹੈ ਤੁਸੀਂ ਠੀਕ ਠਾਕ ਹੋਵੋਗੇ। 3 ਫਰਵਰੀ ਨੂੰ ਫਿਲਮ ਰਿਲੀਜ਼ ਹੋ ਰਹੀ ਹੈ ਕਲੀ ਜੋਟਾ। ਫਿਲਮ ਦੀ ਕਹਾਣੀ ਲਿਖਿਆ ਹਰਿੰਦਰ ਕੌਰ ਹੋਰਾਂ ਨੇ, ਫਿਲਮ ਨੂੰ ਡਾਇਰੈਕਟ ਕੀਤਾ ਵਿਜੇ ਕੁਮਾਰ ਅਰੋੜਾ ਹੋਰਾਂ ਨੇ। ਫਿਲਮ ਦੇ ਮੁੱਖ ਕਿਰਦਾਰ ਸਤਿੰਦਰ ਸਰਤਾਜ ਹੋਰੀ, ਨੀਰੂ ਬਾਜਵਾ ਸਾਡੇ ਨਾਲ ਨੇ, ਰਾਬੀਆ ਇੰਤਜ਼ਾਰ, ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਮੈਮ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ। ਅਸੀਂ 3 ਵਾਰ ਇੰਟਰਵਿਊ ਦੇ ਲਈ ਮਿਲੇ ਆ, ਪਤਾ ਨਹੀਂ ਸਾਡੇ ਕੱਪੜਿਆਂ ਦੇ ਰੰਗ ਮਿਲ ਜਾਂਦੇ ਆ, ਹੈ ਨਾ। ਅੱਜ ਤਾਂ ਤਿੰਨਾਂ ਦੇ ਮਿਲ ਰਹੇ ਆ। ਅੱਜ ਮੈਂ ਥੋੜਾ ਧੱਕਾ ਵੀ ਕੀਤਾ, ਮੈਂ ਕਿਹਾ ਨਹੀਂ ਮਿਲਦੇ। ਮੈਂ ਆਪਣੀ ਟੀਮ ਨੂੰ ਕਹਿੰਦੀ, ਮੈਂ ਕਿਹਾ ਪਿਛਲੀ 2 ਵਾਰੀ ਅਸੀਂ ਮਿਲੇ ਆ, ਮੈਂ ਕਿਹਾ ਸਾਡੇ ਰੰਗ ਮਿਲਦੇ ਆ ਕੱਪੜਿਆਂ ਦੇ, ਤੇ ਮੈਂ ਕਿਹਾ ਜੇ ਅੱਜ ਮਿਲਦੇ ਹੋਏ ਫਿਰ ਮਤਲਬ ਪੱਕਾ ਪਿਛਲੇ ਜਾਂਦੇ ਕੋਈ ਗੱਲ। ਪੇਸਟਲਸ ਹਾਂ ਵਾਹ, ਵੈਰੀ ਟਰੂ, ਐਂਡ ਫਲਾਵਰਸ ਆਲਸੋ, ਹੈ ਨਾ। ਅੱਜ ਤੇ ਜ਼ਿਆਦਾ ਹੀ ਮਿਲ ਰਹੇ ਆ। ਹਾਂਜੀ, ਸਿਗਨੇਚਰਸ ਕੀਤਾ ਉਹ 'ਚ। ਅਸੀਂ ਬਾਅਦ ਚੋਂ ਮੈਂ ਦੇਖਿਆ, ਮੈਂ ਕਿਹਾ ਅੱਛਾ ਠੀਕ ਆ। ਫਿਰ ਤੁਹਾਡੀ ਫਿਲਮ ਆਈ ਸੀ ਇੱਕੋ ਮਿੱਕੇ, ਉਹ 'ਚ ਮੈਂ ਬਾਅਦ 'ਚ ਜਦੋਂ ਫੁੱਟ ਕਿਸੇ ਨੇ ਭੇਜਿਆ ਮੈਨੂੰ, ਕਹਿੰਦੇ ਤੁਸੀਂ ਮਤਲਬ ਸਰਤਾਜ ਉਹਨਾਂ ਦੇ ਜ਼ਿਆਦਾ ਕਰੀਬ ਜੋ ਜ਼ਿਆਦਾ ਜਾਣਦੇ ਹੋ, ਵੀ ਰੰਗ ਇੱਕੋ ਜਿਹੇ ਪੱਕਦੇ। ਮੈਂ ਕਿਹਾ ਇਹ ਮਤਲਬ ਕੋਇਨਸੀਡੈਂਸ ਆ। ਅੱਜ ਮੈਂ ਆਪਣੀ ਟੀਮ ਨੂੰ ਦੱਸਦੀ ਆ ਰਹੀ ਸੀ, ਮੈਂ ਕਿਹਾ ਜੇ ਅੱਜ ਮਿਲ ਗਏ ਨਾ ਮਤਲਬ ਫਿਰ ਕੋਈ ਗੱਲ। ਅਮੇਜ਼ਿੰਗ। ਸਹੀ ਹੈ।
ਫਿਲਮ ਕਲੀ ਜੋਟਾ ਲਈ ਤੁਹਾਨੂੰ ਦੋਵਾਂ ਨੂੰ ਬਹੁਤ-ਬਹੁਤ ਮੁਬਾਰਕਾਂ। ਥੈਂਕ ਯੂ। ਐਂਡ ਤੁਹਾਨੂੰ ਇਸ ਫਿਲਮ ਦਾ ਆਪਣਾ ਨਾਂ ਕਿਵੇਂ ਲੱਗਦਾ? ਰਾਬੀਆ ਮੈਨੂੰ ਆਈ ਲੱਗਦਾ ਕਿ ਮਤਲਬ ਰਾਬੀਆ ਲਈ ਉਹੀ ਪਰਫੈਕਟ ਨਾਮ ਹੈ, ਐਪਟ ਹੈ। ਐਂਡ ਜਦੋਂ ਫਿਲਮ ਵੀ ਤੁਸੀਂ ਦੇਖੋਗੇ ਤਾਂ ਇਹ ਲੱਗਦਾ ਮਤਲਬ ਹਰ ਜਿਵੇਂ ਮੇਰਾ ਨਾਮ ਨੀਰੂ, ਆਈ ਕੈਨਟ ਇਮੈਜਿਨ ਇਟ ਟੂ ਬੀ ਐਨੀਥਿੰਗ ਐਲਸ। ਸੋ ਰਾਬੀਆ ਤੋਂ ਇਲਾਵਾ ਮੈਨੂੰ ਹੋਰ ਕੋਈ ਨਾਮ ਆਈ ਡੋਂਟ ਥਿੰਕ ਕਿ ਰਾਬੀਆ ਨੂੰ ਸੂਟ ਕਰਦਾ। ਆਈ ਥਿੰਕ ਪੂਰੀ ਤਰ੍ਹਾਂ ਉਹਨੂੰ ਜਸਟੀਫਾਈ ਕਰਦਾ ਉਹਦੇ ਕੈਰੈਕਟਰ ਨੂੰ। ਤੁਹਾਨੂੰ ਇੰਤਜ਼ਾਰ ਸੋਹਣਾ ਲੱਗਿਆ? ਹਾਂਜੀ, ਐਕਚੁਅਲੀ ਮੇਰੀ ਹੀ ਸੁਜੈਸ਼ਨ ਸੀਗੀ। ਅੱਛਾ। ਪਹਿਲਾਂ ਕੈਰੈਕਟਰਸ ਦੇ ਨਾਮ ਇਨੀਸ਼ੀਅਲੀ ਜਦੋਂ ਸਕ੍ਰਿਪਟ ਆਈ ਸੀ ਹੋਰ ਸੀਗੇ। ਰਾਬੀਆ ਵੀ ਤੁਸੀਂ ਚੂਜ਼ ਕੀਤਾ ਸੀ? ਆਈ ਥਿੰਕ Wow. ਹਾਂਜੀ। ਸੋ ਮੈਂ ਹਰਿੰਦਰ ਨੂੰ ਕਿਹਾ, ਬਹੁਤ ਡਰਦੇ ਨੇ ਆਬਵੀਅਸਲੀ ਰਾਈਟਰ ਦਾ ਆਪਣਾ ਹੱਕ ਹੁੰਦਾ। ਮੈਂ ਕਿਹਾ ਯਾਰ ਕਿ ਕੈਨ ਵੀ ਚੇਂਜ ਦੀ ਨੇਮਸ, ਹਾਲੇ ਕੋਈ ਵੀ ਸੀਨ ਸ਼ੂਟ ਨਹੀਂ ਸੀ ਹੋਇਆ ਜਿਹਦੇ 'ਚ ਨਾਮ ਲਿਆ ਗਿਆ ਹੋਵੇ, ਅਦਰਵਾਈਜ਼ ਫਿਰ ਮੁਸ਼ਕਿਲ ਹੋ ਜਾਂਦਾ। ਕਹਿੰਦੀ ਹਾਂ ਸ਼ੀ ਵਾਜ਼ ਵੈਰੀ ਓਪਨ। ਅਤੇ ਮੈਨੂੰ ਕਹਿੰਦੇ ਤੁਹਾਡਾ, ਅਤੇ ਮੈਂ ਕਿਹਾ ਯਾਰ ਕਿ ਆਹ ਬਹੁਤ ਹੀ ਇੱਕ ਤਾਂ ਓਲਡਿਸ਼ ਵੀ ਆ ਪਰ ਫਿਰ ਵੀ ਕਲਾਸੀ ਆ, ਦੀਦਾਰ ਹੈ ਨਾ। ਅਤੇ ਉਹ ਜਿਹੜੀ ਮੇਰਾ ਪਰਸ਼ੀਅਨ ਇੰਪਰੈਸ਼ਨ ਹੈ ਉਹ ਵੀ ਥੋੜ੍ਹਾ ਆ ਜਾਂਦਾ, ਪੰਜਾਬੀਇਜ਼ਮ ਵੀ ਆ ਜਾਂਦਾ। ਸੋ ਇੱਦਾਂ ਹੀ ਇਹਨਾਂ ਦਾ ਆ। ਸੋ ਬਹੁਤ ਹੀ ਯੂਨੀਕ ਆ, ਬਿਫਿਟਿੰਗ ਆ, ਬਿਊਟੀਫੁਲ ਆ। ਬਿਲਕੁਲ। ਜਦੋਂ ਇਹ ਫਿਲਮ ਦਾ ਟ੍ਰੇਲਰ ਰਿਲੀਜ਼ ਹੋਣਾ ਸੀ, ਹਲੇ ਸੰਤੋਸ਼ ਜੀ ਇੱਕ ਦਿਨ ਆਫਿਸ ਬੈਠੇ ਸੀ ਅਤੇ ਉਹਨਾਂ ਨੇ ਉਹ ਟ੍ਰੇਲਰ ਦਾ ਕੱਟ ਦਿਖਾਇਆ ਸੀਗਾ। ਤਾਂ ਟ੍ਰੇਲਰ ਦੇਖਣ ਤੋਂ ਬਾਅਦ ਮਤਲਬ ਮੈਂ ਤਾਂ ਚੁੱਪ ਸੀਗੀ। ਤਾਂ ਮੈਨੂੰ ਲੱਗਿਆ ਕਿ ਤੁਸੀਂ ਡਿਜ਼ਰਵ ਕਰਦੇ ਹੋ ਇੱਦਾਂ ਦੀਆਂ ਕਹਾਣੀਆਂ 'ਚ ਆਉਣਾ, ਜਾਂ ਇੱਦਾਂ ਦੇ ਕਰੈਕਟਰ ਤੁਹਾਡੇ ਲਈ ਖਾਸ ਤੌਰ 'ਤੇ ਲਿਖੇ ਜਾਣ। ਕਿਉਂਕਿ ਜਦੋਂ ਇੱਕ ਆਰਟਿਸਟ ਦਹਾਕੇ ਸਿਰੇ ਮੈਨੂੰ ਦੇ ਦਿੰਦਾ ਆ, ਤਾਂ ਫਿਰ ਮੈਨੂੰ ਲੱਗਦਾ ਹੁੰਦਾ ਕਿ ਫਿਰ ਉਹਨੂੰ ਪ੍ਰੋਡਿਊਸਰਸ ਦੇ ਲਈ ਨਹੀਂ, ਪ੍ਰੋਡਿਊਸਰਸ ਨੂੰ ਉਹਦੇ ਲਈ ਕੰਮ ਕਰਨਾ ਚਾਹੀਦਾ ਕਿ ਉਹਦੀ ਫਿਲਮੋਗ੍ਰਾਫੀ ਦੇ ਵਿੱਚ ਇਹ ਕਿਰਦਾਰ ਆਉਣ। ਅਤੇ ਖਾਸ ਤੌਰ 'ਤੇ ਇਸ ਪਿਕਚਰ ਦੇ ਲਈ ਕੁਛ ਕਹਿਣਾ ਚਾਹੋਗੇ ਤੁਸੀਂ? ਇਸ ਪਿਕਚਰ ਲਈ ਮੈਂ ਵੇਟ ਕਰਨਾ ਚਾਹੁੰਦੀ ਹਾਂ ਜਦੋਂ ਤੁਸੀਂ ਫਿਲਮ ਦੇਖੋਗੇ, ਕਿਉਂਕਿ ਮੈਂ ਕਦੇ ਆਪਦੀ ਤਾਰੀਫ ਤਾਂ ਕੀਤੀ ਨਹੀਂ। ਸੋ ਯੂ ਗਾਈਜ਼ ਆਰ ਮਾਈ ਰੀਅਲ ਜੱਜਸ। ਅਤੇ ਜਦੋਂ ਤੁਸੀਂ ਮੇਰੇ ਪਰਫੋਰਮੈਂਸ ਨੂੰ ਪਾਸ ਕਰੋਗੇ, ਜੇ ਤੁਸੀਂ ਫੀਲ ਕਰੋਗੇ ਤਾਂ ਆਲ ਫੀਲ ਕਿ ਮੈਂ ਜੋ ਕੀਤਾ ਸਹੀ ਕੀਤਾ, ਜੋ ਹੋਮਵਰਕ ਕੀਤਾ। ਪਹਿਲੀ ਵਾਰ ਇਸ ਫਿਲਮ ਲਈ ਮੈਂ ਬਹੁਤ ਫਿਜ਼ੀਕਲ ਐਂਡ ਮੈਂਟਲ ਬਹੁਤ ਚੇਂਜ ਹੋਈ। ਐਂਡ ਬਸ ਥਰਡ ਤੋਂ ਬਾਅਦ ਹੀ ਮੈਂ ਰਿਜ਼ਲਟ ਦੱਸੂੰਗੀ। ਸੋ ਬਹੁਤ ਸਾਰੀਆਂ ਸਟੋਰੀ ਨਰੇਸ਼ਨਸ ਤੁਸੀਂ ਲਈਆਂ ਹੋਣੀਆਂ ਥਰੂ ਆਊਟ ਯੋਰ ਕਰੀਅਰ, ਅਤੇ ਹਰ ਮੈਂ ਓਨੈਸਟਲੀ ਨਰੇਸ਼ਨਸ ਨਹੀਂ ਲੈਂਦੀ ਜ਼ਿਆਦਾ। ਮੈਂ ਆਈ ਟੈਲ ਯੂ ਵਾਈ, ਕਿਉਂਕਿ ਅਕਸਰ ਕਹਾਣੀਆਂ ਤਾਂ ਸਿਮਿਲਰ ਹੀ ਹੁੰਦੀਆਂ ਨੇ। ਆਈ ਮੀਨ ਸਾਨੂੰ ਪਤਾ ਹੈ ਸਿੰਪਲ ਲਵ ਸਟੋਰੀਜ਼ ਹੁੰਦੀਆਂ ਨੇ ਐਂਡ ਦੈਨ ਕੁਝ ਪ੍ਰੋਬਲਮ। ਸੋ ਮੈਂ ਹਮੇਸ਼ਾ ਮੈਨੂੰ ਸ਼ਾਰਟ 'ਚ ਦੱਸ ਦਿਓ ਕਿ ਇਟਸ ਟਰੂ, ਨਹੀਂ ਤਾਂ ਕੰਪਲੀਟ ਨਰੇਸ਼ਨ ਸੌਰੀ ਟੂ ਸੇ ਸੰਤੋਸ਼ ਹੀ ਲੈਂਦੇ ਹੁੰਦੇ ਆ। ਬਟ ਹਾਂ, ਇਸ ਫਿਲਮ ਲਈ ਮੈਂ ਕੰਪਲੀਟ ਨਰੇਸ਼ਨ ਲਈ ਸੀ, ਕਿਉਂਕਿ ਇਸ ਫਿਲਮ ਲਈ ਹਰ ਸਟੈਪ, ਹਰ ਮੂਮੈਂਟ ਬਹੁਤ ਜ਼ਰੂਰੀ ਸੀ। ਔਰ ਜੋ ਵੀ ਰਾਬੀਆ ਨਾਲ ਹੁੰਦਾ ਹੈ, ਰਾਬੀਆ ਦੀਦਾਰ ਦੀ ਕਹਾਣੀ ਅਨੰਤ, ਮਤਲਬ ਇੱਕ ਐਵਰੀ ਸਟੈਪ ਕੁਛ ਚੇਂਜ ਹੁੰਦਾ, ਕੁਛ ਹੁੰਦਾ ਹੈ ਐਂਡ ਉਹ ਅੱਗੇ ਲੈ ਕੇ ਜਾਂਦਾ ਹੈ ਕੈਰੈਕਟਰਸ ਨੂੰ। ਸੋ ਇਸ ਫਿਲਮ ਲਈ ਹਾਂ, ਮੈਂ ਪੂਰੀ ਕੰਪਲੀਟ ਨਰੇਸ਼ਨ ਲਈ ਸੀ। ਐਕਚੁਅਲੀ ਅਸੀਂ ਸਾਰਿਆਂ ਨੇ ਇਕੱਠੇ ਬਹਿ ਕੇ ਨਰੇਸ਼ਨ ਲਈ ਸੀ ਫਿਲਮ ਸ਼ੁਰੂ ਕਰਨ ਤੋਂ ਪਹਿਲਾਂ। ਐਂਡ ਕਿਉਂਕਿ ਅਸੀਂ ਸਾਡੇ ਸਾਰਿਆਂ ਦਾ ਇੱਕ ਪੇਜ 'ਤੇ ਹੋਣਾ ਬਹੁਤ ਜ਼ਰੂਰੀ ਸੀ। ਉਸ ਟਾਈਮ ਤੁਸੀਂ ਸਭ ਤੋਂ ਪਹਿਲੀ ਗੱਲ ਕੀ ਮਹਿਸੂਸ ਕੀਤੀ ਸੀ ਇਸ ਕਹਾਣੀ ਨੂੰ ਸੁਣਨ ਤੋਂ ਬਾਅਦ? ਵੈਲ ਮੈਨੂੰ ਮੈਂ ਪਹਿਲਾਂ ਤਾਂ ਸ਼ੌਕ ਸੀਗੀ, ਕਿਉਂਕਿ ਟੀਮ ਨੇ ਇਹੋ ਜਿਹਾ ਡਿਸੀਜਨ ਲਿਆ। ਐਂਡ ਇਹ ਬਹੁਤ ਹੀ ਬੋਲਡ ਸਬਜੈਕਟ ਆ। ਐਂਡ ਓਬਵੀਅਸਲੀ ਐਂਟਰਟੇਨਿੰਗ ਫਿਲਮ ਇਹਦੇ ਵਿੱਚ ਸਾਰੇ ਉਹ ਕਮਰਸ਼ੀਅਲ ਪਰਕਸ ਵੀ ਆ, ਬਟ ਇੱਕ ਬਹੁਤ ਹੀ ਇੰਪੋਰਟੈਂਟ ਸਬਜੈਕਟ ਨੂੰ ਅਸੀਂ ਟੱਚ ਕੀਤਾ ਹੈ, ਜੋ ਕਿ ਅਕਸਰ ਉਹਦੇ ਬਾਰੇ ਗੱਲ ਨਹੀਂ ਕੀਤੀ ਜਾਂਦੀ ਹੈ, ਕਨਵਰਸੇਸ਼ਨ ਨਹੀਂ ਹੁੰਦੀ। ਸੋ ਥੋੜ੍ਹੀ ਜਿਹੀ ਨਰਵਸ ਸੀਗੀ, ਕਿਉਂਕਿ ਆਈ ਸੀਗਾ ਕਿ ਪਤਾ ਨਹੀਂ ਆਡੀਅנס ਐਕਸੈਪਟ ਕਰੂਗੀ ਨਹੀਂ ਕਰੂਗੀ, ਆਈ ਡੋਂਟ ਨੋ। ਐਂਡ ਅਤੇ ਫਿਰ ਮੈਨੂੰ ਉਸ ਤਰ੍ਹਾਂ ਦੇਖਣਾ, ਕਿਉਂਕਿ ਮੈਂ ਹਮੇਸ਼ਾ ਹੀ ਇੱਕ ਟਾਈਪ ਦੇ ਰੋਲਸ ਕੀਤੇ ਆ, always pretty and nice and never anything wrong with Neeru Bajwa. But so ਆਪਣੇ ਆਪ ਨੂੰ ਫਿਰ ਆ ਵੀ ਡਰ ਸੀ ਕਿ ਮੈਂ ਕਰ ਪਾਉਂਗੀ, ਮੈਂ ਆਪਣੇ ਆਪ ਨੂੰ ਲਿਟਰਲੀ ਫਿਜ਼ੀਕਲੀ ਚੇਂਜ ਕਰ ਪਾਉਂਗੀ। ਹੁਣ ਮੈਂ ਫੋਟੋਜ਼ ਦੇਖਦੀ ਹਾਂ ਐਂਡ ਆਮ ਲਾਈਕ ਵਾਓ, ਮੈਂ ਇੰਨਾ ਪਾਰ ਕਿਵੇਂ ਕਟਾਇਆ ਸੀ, ਮੈਂ ਆਈ ਕਿਵੇਂ ਲੱਗੀ ਸੀ। ਆਈ ਵਾਸ ਲਾਈਕ ਮੇਰੇ ਲਈ ਸ਼ੌਕਿੰਗ ਆ। ਉਸ ਟਾਈਮ ਮੈਨੂੰ ਲੱਗਿਆ ਸੀ ਕਿ ਨਹੀਂ, ਹੋਰ ਮਿਹਨਤ ਕਰ, ਹੋਰ ਪਾਰ ਕਟਾ, ਤੂੰ ਨਹੀਂ ਲੱਗ ਰਹੀ ਉਹ ਕੈਰੈਕਟਰ। ਬਟ I'm happy. ਆਪਾਂ ਰਿਵੀਲ ਤਾਂ ਨਹੀਂ ਕਰਦੇ ਹੈਗੇ ਕਿ ਇਹ ਮਤਲਬ ਕੀ ਪਾਰਟ ਆ ਫਿਲਮ ਦਾ, ਪਰ ਫਿਰ ਵੀ ਇਹਦੇ ਲਈ ਤੁਸੀਂ ਕੁਝ ਕਹਿਣਾ ਚਾਹੋਗੇ ਫਿਲਮ ਦੇ ਇਸ ਪਾਰਟ ਲਈ ਜਾਂ ਇਸ ਕਲਰ ਦੇ ਲਈ?
I do ਕਿਉਂਕਿ ਜਿਵੇਂ ਤੁਸੀਂ ਟ੍ਰੇਲਰ ਵਿੱਚ ਵੀ ਦੇਖਿਆ ਹੈ ਕਿ ਕੁੜੀ ਆ ਜੋ ਕਿ ਆਪਦੀ ਜ਼ਿੰਦਗੀ 'ਚ ਖੁਸ਼ ਹੈ, ਉਹਨੂੰ ਸਭ ਕੁਝ ਪੋਜ਼ਿਟਿਵ ਲੱਗਦਾ ਹੈ, ਸ਼ੀ ਇਜ਼ ਮੈਡਲੀ ਇਨ ਲਵ ਵਿਦ ਦੀਦਾਰ, ਉਹਨੂੰ ਬਣ ਠਣ ਕੇ ਰਹਿਣਾ ਬਹੁਤ ਪਸੰਦ ਆ, ਸ਼ੀ ਲਵਜ਼ ਲਾਈਫ, ਸ਼ੀ ਇਜ਼ ਇਨ ਲਵ ਵਿਦ ਲਾਈਫ, ਬਟ ਅੱਗੇ ਜਾ ਕੇ ਇਨ ਲਾਈਫ ਜਦੋਂ ਸਲੋਲੀ ਕਿਵੇਂ ਸੋਸਾਇਟੀ ਉਹਨੂੰ slowly ਤੋੜਨਾ ਸ਼ੁਰੂ ਕਰਦੀ ਆ, ਤਾਂ ਹੀ ਮੈਂ ਕਿਹਾ ਕਿ ਸਕ੍ਰਿਪਟ ਸੁਣਨਾ ਔਰ ਹਰ ਇੱਕ ਮੂਮੈਂਟ ਨੂੰ ਯਾਦ ਰੱਖਣਾ ਕਿ ਨਹੀਂ ਫਿਰ ਆ ਹੋਇਆ ਉਹਦੇ ਨਾਲ, ਸੋ ਇਟਸ ਨਾਟ ਕਿ ਇੱਕ ਸੈਕਿੰਡ ਦੇ ਵਿੱਚ ਇਹ ਹੁੰਦਾ ਹੈ, ਇਟਸ ਆਲ ਪ੍ਰੋਗਰੈਸਿਵ, ਕਾਫੀ ਕੁਝ ਚੀਜ਼ਾਂ ਹੁੰਦੀਆਂ ਨੇ, ਐਂਡ ਇਹੀ ਅਸੀਂ ਮਤਲਬ ਫਿਲਮ ਵਿੱਚ ਵੀ ਦਿਖਾਇਆ ਹੈ ਕਿ ਹਾਊ ਯੂ ਕੈਨ ਸਲੋਲੀ ਮੈਂਟਲੀ ਕਿਸੇ ਨੂੰ ਤੁਸੀਂ ਕਿਵੇਂ ਤੋੜ ਸਕਦੇ ਹੋ। ਇਹ ਮਤਲਬ ਇੱਕ ਰੇਪ ਨਾਲ ਨਹੀਂ ਹੁੰਦਾ, ਇੱਕ ਇੰਸਟੈਂਸ ਨਾਲ ਨਹੀਂ ਹੁੰਦਾ, ਇਹ ਸਲੋਲੀ ਬਾਈ ਸੋਸਾਇਟੀ ਜੇ ਕਿਸੇ ਨੂੰ ਸਪੋਰਟ ਨਹੀਂ ਮਿਲਦੀ, ਉਹ ਕਿਵੇਂ ਟੁੱਟਦਾ ਹੈ ਤੇ ਉਹ ਕਿਵੇਂ ਖਤਮ ਹੋ ਜਾਂਦਾ ਹੈ। ਲਿਟਰਲੀ ਸਮਬਡੀ ਜੋ ਕਿ ਇੰਨਾ ਮਤਲਬ ਸ਼ੀ ਸੋ ਵਾਈਵੇਸ਼ੀਅਸ, ਸੋ ਫੁੱਲ ਆਫ ਲਾਈਫ, ਤੇ ਇੱਕ ਦਿਨ ਉਹ ਮਤਲਬ ਹੈ ਬਟ ਹੈ ਨਹੀਂ, ਸ਼ੀ ਇਜ਼ ਡਿਸਅਪੀਅਰਡ, ਸ਼ੀ ਇਜ਼ ਡੈਡ। ਭਾਜੀ ਜਦੋਂ ਤੁਹਾਡੇ ਕੋਲ ਇਹ ਕਹਾਣੀ ਆਈ ਤੁਹਾਨੂੰ ਪਤਾ ਲੱਗਿਆ ਹੋਊਗਾ ਕਿ ਕਹਾਣੀ ਹਰਿੰਦਰ ਸਿੰਘ ਨੇ, ਹਰਿੰਦਰ ਕੌਰ ਨੇ ਲਿਖੀ ਆ, ਕੋਈ ਥਾਟ ਸੀ ਤੁਹਾਡੇ ਮਾਈਂਡ 'ਚ? ਨਹੀਂ, ਮੈਨੂੰ ਕੋਈ ਇੱਦਾਂ ਸ਼ੌਕ ਨਹੀਂ ਸੀਗਾ। ਮੇਰੇ ਲਈ ਬਹੁਤ ਪਤਾ ਨਹੀਂ, ਮੇਰੇ ਲਈ ਮੇਲ ਡੋਮੀਨੈਂਸ ਕਦੀ ਇੰਨਾ ਜ਼ਿਆਦਾ ਮੈਂ ਮਹਿਸੂਸ ਹੀ ਨਹੀਂ ਕੀਤਾ, ਜੈਨੂਅਲੀ ਕਹਾਂ ਤਾਂ। ਸਭ ਤੋਂ ਪਹਿਲੀ ਗੱਲ ਹੈ ਕਿਉਂਕਿ ਬੰਟੀ ਵੈਂਸ ਸੁਣੀ ਇਸ ਚੀਜ਼ ਦੀ ਕੜੀ ਸੀਗੇ ਸਭ ਤੋਂ ਪਹਿਲਾਂ, ਉਹਨਾਂ ਨੇ ਹੀ ਇਨਫੋਰਮਡ ਮੀ ਕਿ ਦੈਟ ਨੀਰੂ ਜੀ ਵਾਂਟ ਟੂ call you and all, so thank you very much Banti to at Bans and Bajwas, be social, so ਸਾਰਾ ਕੁਝ ਇਕੱਠਾ ਹੋਇਆ, ਥੈਂਕ ਯੂ। ਤੇ ਪਹਿਲਾਂ ਇਹਨਾਂ ਦੀ ਕਾਲ ਸੀਗੀ, ਓਬਵੀਅਸਲੀ ਕਹਿੰਦੇ ਕਿ ਤੁਹਾਡੇ ਕੋਲ ਨਰੇਸ਼ਨ ਦੇਣ ਆ ਰਹੇ, ਤੁਸੀਂ ਪਲੀਜ਼ ਸੁਣ ਲਓ, ਹੈ ਨਾ। ਓਬਵੀਅਸਲੀ ਇਹਨਾਂ ਨੇ ਤਾਂ ਇੱਕ ਜੈਨਰੋਸਿਟੀ ਕਾਲ ਇਹੀ ਹੁੰਦੀ ਹੈ ਕਿ ਤੁਸੀਂ ਸੁਣ ਲਓ। ਮੇਰੇ ਤੇ ਇੱਕ ਬਰਡਨ ਆਫ ਐਥਿਕਸ ਵੀ ਹੁੰਦਾ ਕਿ ਯਾਰ ਕਿ ਉਹਨਾਂ ਦੀ ਕਾਲ ਆਈ ਆ, ਆਈ ਹੈਵ ਟੂ ਲਿਸਨ ਕੇਅਰਫੁਲੀ। ਹਾਲਾਂਕਿ ਮੇਰੀ ਇੰਨੀ ਜ਼ਿਆਦਾ ਇੰਟਰਸਟ ਜਨਰਲੀ ਨਹੀਂ ਹੁੰਦੇ ਸੀ, ਬਹੁਤ ਸਾਰੀਆਂ ਪਹਿਲਾਂ ਸਕ੍ਰਿਪਟ ਸੁਣੀਆਂ ਸੀਗੀਆਂ, ਮੈਂ ਕਿਹਾ ਯਾਰ ਕਿ ਬਹੁਤ ਲੰਬਾ ਪ੍ਰੋਸੈਸ ਹੁੰਦਾ ਫਿਲਮ ਬਣਾਉਣ ਦਾ ਨਾ, ਟਾਈਮ ਕੰਜ਼ਿਊਮਿੰਗ, ਐਨਰਜੀ ਕੰਜ਼ਿਊਮਿੰਗ। ਜਿਹੜਾ ਬੰਦਾ ਇਸ ਫੀਲਡ 'ਚ ਕੰਟੀਨਿਊਸਲੀ ਆ ਉਹਨੂੰ ਉਹ ਕੀ ਕਹਿੰਦੇ ਹੁੰਦੇ, ਉਹ ਹੈਬਚੁਅਲ ਹੁੰਦਾ ਉਸ ਚੀਜ਼ ਦਾ। ਮੈਨੂੰ ਲੱਗਦਾ ਯਾਰ ਵੈਨਿਟੀ 'ਚ ਬੈਠ ਕੇ ਸਾਰਾ ਦਿਨ ਜੇ ਇੱਕੋ ਹੀ ਸੀਨ ਹੋਇਆ, ਉਹ ਯਾਰ ਇਹ ਤਾਂ ਬੜਾ ਵਾਟ ਇਜ਼ ਮੀਨ, ਹੈ ਨਾ। ਸੋ ਬਟ ਐਨੀ ਹੋ, ਜਦੋਂ ਹਰਿੰਦਰ ਹੁਣੀ ਫਿਰ ਨਰੇਸ਼ਨ ਦੇਣੀ ਸ਼ੁਰੂ ਕੀਤੀ, ਉਹ ਵੀ ਯੂਨੀਵਰਸਿਟੀ ਕੈਂਪਸ ਤੋਂ ਸੀਗੇ, ਜਗਦੀਪ ਸੀਗਾ ਨਾਲ ਵਰਿੰਗ, ਅਤੇ ਉਹ ਜਿੱਦਾਂ ਇੱਕ ਫੈਂਡਮ ਥਿੰਗ ਵੀ ਹੁੰਦੀ ਆ। ਜਗਦੀਪ ਵਾਸ ਸੋ ਹੈਪੀ, ਕਹਿੰਦਾ ਮੈਨੂੰ ਅੱਜ ਪਹਿਲੀ ਵਾਰੀ ਲੱਗਿਆ ਮੈਂ ਕਿਸੇ ਨੂੰ ਮਿਲਣ ਆਇਆ, ਕਿਸੇ ਦਾ ਉਹਦਾ ਇੱਕ ਆਪਣਾ ਫੀਲ ਸੀ। ਹਰਿੰਦਰ ਓਬਵੀਅਸਲੀ ਥੋੜ੍ਹੀ ਜਿਹੀ ਰਿਜ਼ਰਵ ਸੀ ਪਹਿਲਾਂ ਆਉਣ 'ਤੇ, ਅਸੀਂ ਬਹੁਤ ਹੱਸਦੇ ਖੇਡਦੇ ਹਾਂ। ਅਤੇ ਉਹਨਾਂ ਨੇ ਜਦੋਂ ਨਰੇਸ਼ਨ ਦਿੱਤੀ ਅਤੇ ਮੈਨੂੰ ਲੱਗਿਆ ਕਿ ਯਾਰ ਕਿ ਇੱਕ ਐਸਾ ਐਲੀਮੈਂਟ ਹੈਗਾ ਜਿਹੜਾ ਯੂਨੀਵਰਸਲ ਹੈ ਵੈਸੇ, ਪਰ ਸਾਡੇ ਈਸਟ ਦੇ ਵਿੱਚ ਸਪੈਸ਼ਲੀ ਬਿਲਕੁਲ ਸਾਡੀ ਸੁਸਾਇਟੀ 'ਚ ਉਹ ਫੋਬੀਆ ਜਾਂ ਇੱਕ ਕਿਸਮ ਦਾ ਹੈਗਾ, ਜਿਹਦੇ ਲਈ ਜਿੱਦਾਂ ਇਹਨਾਂ ਨੇ ਕਿਹਾ ਕਿ ਡਰ ਸੀਗਾ ਕਿ ਇੱਕ ਸਾਡਾ ਜਿਹੜਾ ਸਟੇਟ ਆ ਉਹਦੀ ਜਿਹੜੀ ਸਿਨੇਮਾ ਦੀ ਆਡੀਅੰਸ ਉਹ ਇੰਨੀ ਜ਼ਿਆਦਾ ਵਾਈਡਰ ਨਹੀਂ ਹੈਗੀ, ਹੈ ਨਾ। ਤੁਸੀਂ ਇਹੋ ਜਿਹੇ ਟ੍ਰਿਕੀ ਸਬਜੈਕਟ ਉੱਥੇ ਦਾ ਲੈ ਸਕਦੇ ਹੋ ਜਿੱਥੇ ਸਾਰਾ ਪਲੈਨਟ ਅਰਥ, ਹੈ ਨਾ, ਤੁਹਾਡੀ ਆਡੀਅੰਸ ਆ। ਜੇ ਇਹਨੇ ਨਹੀਂ ਦੇਖਿਆ, ਇਹ ਦੇਖਿਆ ਅਤੇ ਉਹ ਇੱਕ ਕਿਸਮ ਦਾ ਬੈਲੈਂਸ ਹੋ ਜਾਂਦਾ। ਇੱਥੇ ਤੁਹਾਨੂੰ ਯੂ ਹੈਵ ਟੂ ਬੀ ਵੈਰੀ ਕੇਅਰਫੁਲ ਅਬਾਊਟ ਚੂਜ਼ਿੰਗ ਦੀ ਸਬਜੈਕਟਸ। ਸੋ ਓਬਵੀਅਸਲੀ ਪਹਿਲਾਂ ਤਾਂ ਆਰਟਿਸਟ ਦੀ ਇਹ ਕਾਲ, ਪਰ ਨੀਰੂ ਜੀ ਹੋਣਾ ਦਾ ਇਹ ਬਹੁਤ ਡੇਅਰਿੰਗ ਸਟੈਪ ਸੀਗਾ ਕਿ ਉਹਨਾਂ ਨੇ ਹਰ ਵਕਤ ਕਰੀਨਾ ਸੋਰਟ ਆਫ ਥਿੰਗ ਕੀਤੀਆਂ ਨੇ, ਆਲਵੇਜ਼ ਬਲੋਸਮਿੰਗ, ਹੈਪੀ, ਡਾਂਸਿੰਗ, ਸੋਹਣੇ ਕੱਪੜੇ ਐਂਡ ਆਲ। ਬਟ ਇੱਥੇ ਆ ਕੇ ਆਪਣੇ ਆਪ ਨੂੰ ਇਸ ਚੀਜ਼ ਦੇ ਲਈ ਰਾਜ਼ੀ ਕਰਨਾ, ਪਹਿਲਾਂ ਤਾਂ ਇਹਨਾਂ ਦਾ ਹੀ ਬਰੇਵਨੈਸ ਹੈਗੀ ਆ। ਮੇਰੇ ਲਈ ਇਹ ਸੀਗਾ ਕਿ ਯਾਰ ਜੇ ਕੋਈ ਇਹੋ ਜਿਹੀ ਸਬਜੈਕਟਿਵਿਟੀ ਆ ਰਹੀ ਆ ਲੱਕੀਲੀ, ਸੋ ਵਾਈ ਨਾਟ ਟੂ ਬੀ ਪਾਰਟ ਆਫ ਇਟ, ਜਿਹੜੀ ਕਿ ਹਮੇਸ਼ਾ ਲਈ ਯਾਦ ਰੱਖੀ ਜਾਏਗੀ। ਸਮਟਾਈਮ ਪੀੜ੍ਹੀਆਂ ਦਰ ਪੀੜ੍ਹੀਆਂ ਜਦੋਂ ਕੋਈ ਗੱਲ ਹੋਊਗੀ, ਹੋ ਸਕਦਾ ਫੈਮਿਨਿਜ਼ਮ, ਮੇਰੀ ਅਜ਼ੰਪਸ਼ਨ ਹੈ ਐਕਚੁਅਲੀ ਕਿ ਵਿਦਨ 15 or 20 years ਜਿਹੜੀ ਫੀਮੇਲ ਡੋਮੀਨੇਸ਼ਨ ਇੱਥੇ ਹੋਣੀ ਆ ਬਾਬ, ਉਸ ਤੋਂ ਬਾਅਦ ਉਹ ਡਿਕਟੇਟ ਕਰਿਆ ਕਰਨਗੀਆਂ, ਓਏ ਤੂੰ ਆ ਕਰ, ਓਏ ਤੂੰ ਆ ਕਰ, ਤੇ ਫਿਰ ਮੈਨਿਜ਼ਮ ਸ਼ੁਰੂ ਕਰਾਂਗੇ ਅਸੀਂ, ਫਿਰ ਉਹ ਕਰਾਂਗੇ, ਫਿਰ ਉਹ ਸ਼ੁਰੂ ਹੋਗਾ। 100% US ਤਾਂ ਹੋ ਗਿਆ ਮੇਰੇ ਖਿਆਲ 'ਚ, ਹੁਣ ਉਹਨਾਂ ਦੀ ਆਪਣੀਆਂ ਪ੍ਰੋਟੈਕਸ਼ਨ ਹੁੰਦੀਆਂ ਕਿ ਯਾਰ ਬੋਇਜ਼ ਨੂੰ ਕੋਈ ਨਹੀਂ ਪੁੱਛ ਰਿਹਾ, ਦਿਸ ਐਂਡ ਦੈਟ ਆਲਰੇਡੀ ਸਟਾਰਟਡ, ਹੈ ਨਾ। ਅਤੇ ਸੋ ਦੀਜ਼ ਆਰ ਮਾਈ ਕੰਜ਼ੰਪਸ਼ਨ। ਪਤਾ ਨਹੀਂ ਮੇਰੀਆਂ ਆਪਣੀਆਂ ਇੰਟਿਊਸ਼ਨਸ ਹੁੰਦੀਆਂ ਨੇ, ਮੈਂ ਕਿਤੇ ਸਟੱਡੀ ਨਹੀਂ ਕੀਤੀ ਹੋਈ, ਮੈਂ ਤਾਂ ਕਿਤਾਬਾਂ ਵੀ ਨਹੀਂ ਹੁਣ ਪੜ੍ਹਦਾ ਜਨਰਲੀ, ਕਿਉਂਕਿ ਉਹਨਾਂ ਮੈਨੂੰ ਇਹ ਲੱਗਦਾ ਕਿ ਯਾਰ ਉਹਨਾਂ ਓਪੀਨੀਅਨ ਬਣ ਜਾਂਦਾ। ਆਈ ਹੈਵ ਟੂ ਬੀ ਸੋ ਵਰਜਨ ਅਬਾਊਟ ਮਾਈ ਓਪੀਨੀਅਨਸ, ਹੈ ਨਾ। ਸੋ ਦਿਸ ਇਜ਼ ਮਾਈ ਟੇਕਿੰਗ ਅਬਾਊਟ ਦੈਟ। ਅਤੇ ਦੂਸਰਾ ਕਿ ਦਾਦੂ ਸੀਗੇ, ਵਾਮਿਕਾ, ਸ਼ੀ ਇਜ਼ ਸੱਚ ਅ ਪ੍ਰੋਫਾਊਂਡ ਐਕਟਰੈਸ, ਹੈ ਨਾ। ਪ੍ਰਿੰਸ, ਕਮਲਜੀਤ ਐਂਡ ਸਾਰੀ ਟੀਮ ਇੰਨੀ ਜ਼ਿਆਦਾ ਪ੍ਰੋਫਾਊਂਡ ਸੀਗੀ, ਅਤੇ ਉਹ ਮੈਨੂੰ ਲੱਗਿਆ ਕਿ ਆਈ ਹੈਵ ਟੂ ਮੇਕ
spare time some of it for this thing. ਤੇ ਇਸੇ ਕਰਕੇ ਤੁਹਾਨੂੰ ਲੱਗਿਆ ਕਿ ਇਹ ਤੁਹਾਡੀ ਤੀਜੀ ਫਿਲਮ ਹੋ ਸਕਦੀ ਹੈ? ਹਾਂਜੀ ਹਾਂਜੀ ਅਬ ਜਦੋਂ ਮੈਂ ਬਹੁਤ ਘੱਟ ਫਿਲਮਸ ਕੀਤੀਆਂ ਨੇ, ਮੇਰਾ ਇੰਨਾ ਜ਼ਿਆਦਾ ਵੈਸੇ ਤਾਂ ਚੰਗੀ ਗੱਲ ਨਹੀਂ ਹੈਗੀ ਤੁਸੀਂ ਫਿਲਮ ਪ੍ਰਮੋਟ ਕਰਨਾ ਹੈ ਤੇ ਉੱਥੇ ਜ਼ਿਆਦਾ ਕਿਉਂਕਿ ਮੇਰਾ ਇੰਟਰਸਟ ਨਹੀਂ ਇੰਨਾ, ਪਰ ਜੈਨੂਇਨਲੀ ਮੇਰੀ ਜਿਹੜੀ ਫੇਵਰਿਟ ਥਿੰਗ ਹੈ ਉਹ ਲਾਈਵ ਕੌਨਸਰਟਸ ਹੈ। ਉੱਥੇ ਮੈਂ ਆਪਣੇ ਆਪ ਨੂੰ ਜਿਉਂਦਿਆਂ ਮਹਿਸੂਸ ਕਰਦਾ, ਜਿੱਦਾਂ ਇਹਨਾਂ ਦਾ ਸਿਨੇਮਾ ਹੈ ਓਬਵੀਅਸਲੀ ਹੈ ਨਾ, ਇਹਨਾਂ ਦਾ ਪੈਸ਼ਨ ਲਵ ਸਾਰਾ ਕੁਝ ਐਕਟ ਆ, ਮੇਰਾ ਲਾਈਵ ਕੌਨਸਰਟ ਹੈ। ਹੁਣ ਜੇ ਮੈਂ ਇਹਨਾਂ ਨੂੰ ਫੋਰਸ ਕਰਕੇ ਉੱਥੇ ਲੈ ਕੇ ਜਾਵਾਂ ਉਹ ਵੀ ਨਹੀਂ ਠੀਕ, ਇਹਨਾਂ ਦਾ ਦਿਲ ਕਰਨਾ ਚਾਹੀਦਾ ਕਿ ਅੱਛਾ ਯਾਰ ਚਲੋ ਸਟੇਜ ਤੇ ਵੀ ਚੱਲਦੇ ਹਾਂ, ਇੱਦਾਂ ਮੇਰਾ ਵੀ ਦਿਲ ਕਰਨਾ ਚਾਹੀਦਾ ਕਿ ਦਿਸ ਇਜ਼ ਥਿੰਗ, ਦਿਸ ਇਜ਼ ਅ ਗੁੱਡ ਥਿੰਗ, ਲੈਟਸ ਡੂ ਇਟ। ਸੋ ਇਸ ਤਰ੍ਹਾਂ ਹੀ ਹੋਇਆ ਸੀ। ਬਿਲਕੁਲ, ਕਿਉਂਕਿ ਤੁਸੀਂ ਖੁਦ ਵੀ ਰਾਈਟਰ ਹੋ ਤੇ ਜਦੋਂ ਇੱਕ ਕਹਾਣੀ ਤੁਸੀਂ ਸੁਣੀ ਜਾਂ ਕਹਾਣੀ ਤੁਹਾਡੇ ਤੱਕ ਪਹੁੰਚੀ ਇਹ, ਉਸ ਤੋਂ ਬਾਅਦ ਤੁਸੀਂ ਕੀ ਨਿਚੋੜ ਕੱਢਿਆ ਸੀਗਾ ਇਹਦਾ ਕਿ ਇਹ ਸਮਾਜ ਦਾ ਹਿੱਸਾ ਜਾਂ ਇਹ ਸਮਾਜ ਦਾ ਪਾਸਾ ਤੁਹਾਨੂੰ ਪਹਿਲਾਂ ਪਤਾ ਸੀ, ਤੁਸੀਂ ਰੂਬਰੂ ਸੀਗੇ ਇਹਦੇ? ਇਹ ਪਾਰਟਿਕੂਲਰਲੀ ਇਸ ਤਰ੍ਹਾਂ ਨਹੀਂ, ਪਰ ਮੈਨੂੰ ਵੈਸੇ ਇੱਕ ਬਹੁਤ ਸਿੰਪਥੀ ਬਹੁਤ ਨੈਗੇਟਿਵ ਵਰਡ ਹੈ, ਮੈਂ ਕਦੀ ਕਹਿਣਾ ਨਹੀਂ ਚਾਹੁੰਦਾ, ਐਮਪਥੀ ਇਜ਼ ਆਈ ਥਿੰਕ ਦਾ ਰਾਈਟ ਵਰਡ। ਮੈਂ ਮਹਿਸੂਸ ਕਰਦਾ ਹੁੰਦਾ ਕੁੜੀਆਂ ਔਰਤਾਂ ਬਾਰੇ, ਮੈਨੂੰ ਹਮੇਸ਼ਾ ਲੱਗਦਾ ਕਿ ਸਮਟਾਈਮਸ ਉਹਨਾਂ ਦੀ ਜ਼ਿੰਦਗੀ ਦੀਆਂ ਜਿਹੜੀਆਂ ਔਖਿਆਈਆਂ ਹੈ, ਮੇਰੇ ਜਿੰਨੇ ਵੀ ਗੀਤ ਹੈ ਉਹਨਾਂ ਵਿੱਚ ਮੈਨੂੰ ਲੱਗਦਾ ਐਲੀਮੈਂਟ ਕਿਤੇ ਨਾ ਕਿਤੇ ਦਿਖ ਜਾਂਦਾ ਕਿ ਜੇ ਅਸੀਂ ਜਿੰਨਾ ਸਾਡੇ ਕੋਲ ਹੈ ਅਸੀਂ 20% ਜ਼ਿਆਦਾ ਇਹਨਾਂ ਨੂੰ ਦਈਏ ਫਿਰ ਉਹ ਇਕੁਅਲ ਹੋਣਗੀਆਂ, ਹੈ ਨਾ। ਸੋ ਇਹ ਮੇਰੀ ਹਮੇਸ਼ਾ ਤੋਂ ਇਹ ਟੇਕ ਆ ਟੂਵਰਡਸ ਵਿਮਨ, ਚਾਹੇ ਉਹਨੂੰ ਫੈਮਿਨਿਜ਼ਮ ਕਹਿ ਲਓ, ਚਾਹੇ ਵਿਮਨ ਇੰਪਾਵਰਮੈਂਟ ਕਹਿ ਲਓ, ਵਟਐਵਰ, ਹੈ ਨਾ। ਇਹ ਨਹੀਂ ਹੈਗਾ ਕਿ ਮੈਂ ਪੈਟਰੀਆਰਕੀ ਦੇ ਖਿਲਾਫ ਹਾਂ, ਕਈ ਚੀਜ਼ਾਂ ਕੁਦਰਤ ਨੇ ਇਸ ਤਰ੍ਹਾਂ ਦਿੱਤੀਆਂ ਹੋਈਆਂ ਕਿ ਉਹ ਮੈਨ ਹੀ ਕਰ ਸਕਦੇ ਆ। ਇਸੇ ਕਰਕੇ ਜਿਹੜਾ ਵਰਤਾਰਾ ਹੁਣ ਤੱਕ ਕੁਦਰਤ ਆਉਂਦਾ ਹੈ ਕਿ ਅੱਛਾ ਬੰਦੇ ਨੇ ਬਾਹਰ ਜਾਣਾ ਕਮਾਉਣਾ, ਔਰਤ ਨੇ ਜਿਹੜਾ ਕਿ ਉਹ ਘਰ ਚਲਾਉਣਾ, ਹੈ ਨਾ। ਉਹ ਕਿਉਂਕਿ ਉਹਦੀ ਜਿਹੜੀ ਫਿਜ਼ੀਕਲ ਪਾਵਰ ਆ ਉਹ ਮੈਨ ਦੇ ਇਕੁਅਲ ਨਹੀਂ ਹੁੰਦੀ, ਇਹ ਤਾਂ ਬਹੁਤ ਨੈਚੁਰਲ ਫਿਨੋਮੇਨਾ ਹੈ ਨਾ। ਬਿਲਕੁਲ। ਪਰ ਬਾਕੀ ਚੀਜ਼ਾਂ ਹੋ ਸਕਦੀਆਂ ਨੇ, ਜਿਹੜੀਆਂ ਚੀਜ਼ਾਂ 'ਚ ਅਸੀਂ ਉਹਨਾਂ ਨੂੰ ਬਰਾਬਰ ਰੱਖ ਸਕਦੇ ਹਾਂ ਉਹ ਰੱਖਣੀਆਂ ਚਾਹੀਦੀਆਂ ਨੇ। ਕਈ ਚੀਜ਼ਾਂ ਹੈ ਜਿਹੜੀਆਂ ਔਰਤ ਹੀ ਜ਼ਿਆਦਾ ਬਿਊਟੀਫੁਲੀ ਪੋਰਟਰੇ ਕਰ ਸਕਦੀ, ਔਰਤ ਹੀ ਜ਼ਿਆਦਾ ਬਿਊਟੀਫੁਲੀ ਸੋਚ ਸਕਦੀ ਹੈ, ਕਨਵੇ ਕਰ ਸਕਦੀ ਹੈ ਨਾ। ਬਹੁਤ ਸਾਰੇ ਇਹੋ ਜਿਹੇ ਇਮੋਸ਼ਨ ਹੁੰਦੇ ਆ ਕਿ ਬੰਦੇ ਕਨਵੇ ਹੀ ਨਹੀਂ ਕਰ ਸਕਦੇ। ਸੋ ਉਹ ਸਾਰੀਆਂ ਚੀਜ਼ਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਮੇਰਾ ਇੱਕ ਆਪਣਾ ਨਜ਼ਰੀਆ ਸੀਗਾ, ਪਤਾ ਨਹੀਂ ਹੁਣ ਇਹਨੂੰ ਬੰਦੇ ਕਿੱਦਾਂ ਟੇਕ ਕਰਨਗੇ ਕਿ ਅੱਛਾ ਇਹ ਫੈਮਿਨਿਸਟ ਆ ਜਾਂ ਵਟਐਵਰ, ਬਟ ਮੈਨੂੰ ਲੱਗਦਾ ਕਿ ਦਿਸ ਇਜ਼ ਦ ਰਾਈਟ ਥਿੰਗ। ਬਿਲਕੁਲ। ਜਿਵੇਂ ਹਰਿੰਦਰ ਉਹਨਾਂ ਦੇ ਨਾਲ ਮੇਰੀ ਇੰਟਰਵਿਊ ਸੀਗੀ ਤਾਂ ਮੈਂ ਉਹਨਾਂ ਨੂੰ ਪੁੱਛਿਆ ਕਿ ਕਹਾਣੀ ਤੁਸੀਂ ਕਿਉਂ ਲਿਖੀ ਸੀ, ਤੁਹਾਨੂੰ ਕਿਉਂ ਲੱਗਿਆ ਕਿ ਇਹੋ ਜਿਹੀਆਂ ਕਹਾਣੀਆਂ ਵੀ ਸਿਨੇਮੇ ਦਾ ਹਿੱਸਾ ਹੋਣੀਆਂ ਚਾਹੀਦੀਆਂ ਨੇ? ਉਹ ਕਹਿੰਦੇ ਕਿਉਂਕਿ ਅਸੀਂ ਦੂਜੇ ਪਾਸੇ ਦੀ ਗੱਲ ਨਹੀਂ ਕਰਦੇ, ਅਸੀਂ ਫਿਲਮਾਂ 'ਚ ਹਮੇਸ਼ਾ ਇਹੀ ਦਿਖਾਉਂਦੇ ਹਾਂ, ਗੀਤਾਂ 'ਚ ਇਹੀ ਦਿਖਾਉਂਦੇ ਹਾਂ ਕਿ ਮੁੰਡਾ ਪਿਆਰ ਕਰਨਾ ਚਾਹੁੰਦਾ, ਮੁੰਡਾ ਹੀ ਵਿਆਹ ਕਰਨਾ ਚਾਹੁੰਦਾ, ਅਸੀਂ ਕਦੇ ਨਹੀਂ ਦਿਖਾਉਂਦੇ ਕਿ ਕੁੜੀ ਵੀ ਪਿਆਰ ਕਰਨਾ ਚਾਹੁੰਦੀ ਆ, ਕੁੜੀ ਵੀ ਵਿਆਹ ਕਰਨਾ ਚਾਹੁੰਦੀ ਆ, ਹੈ ਨਾ। ਸੋ ਤੁਸੀਂ ਇਹਦੇ 'ਤੇ ਕੁਝ ਕਹਿਣਾ ਚਾਹੋਗੇ? ਆਈ ਥਿੰਕ ਬਹੁਤ ਰਿਫਰੈਸ਼ਿੰਗ ਆ ਕਿਉਂਕਿ ਹਾਂ ਅਸੀਂ ਦੂਜਾ ਪਾਸਾ ਕਦੇ ਦਿਖਾਉਂਦੇ ਹੀ ਨਹੀਂ। ਐਂਡ ਆਈ ਥਿੰਕ ਕਿ ਕਿਉਂਕਿ ਹਰਿੰਦਰ ਇੱਕ ਕੁੜੀ ਆ, ਸੋ ਉਹਨੇ ਆਪਣੇ ਪੁਆਇੰਟ ਆਫ ਵਿਊ ਤੋਂ ਇਹ ਕਹਾਣੀ ਲਿਖੀ ਐਂਡ ਇਟਸ ਫਰੈਸ਼, ਇਟਸ ਰਿਫਰੈਸ਼ਿੰਗ। ਇਹ ਚੀਜ਼ਾਂ ਹੁੰਦੀਆਂ ਨੇ, ਕੁੜੀਆਂ ਵੀ ਪ੍ਰਪੋਜ਼ ਕਰਦੀਆਂ ਨੇ, ਕੁੜੀਆਂ ਨੂੰ ਵੀ ਕਈ ਕੁੜੀਆਂ ਆਊਟਸਪੋਕਨ ਹੁੰਦੀਆਂ, ਕਈ ਮੁੰਡੇ ਸ਼ਾਇ ਹੁੰਦੇ ਨੇ। ਸੋ ਇਟਸ ਮਤਲਬ ਇੱਕ ਡਿਫਰੈਂਟ ਆਊਟਲੁੱਕ ਆ। ਸੋ ਆਈ ਥਿੰਕ ਕਈ ਰਾਈਟਰ ਸਾਡੇ ਪੰਜਾਬੀ ਫਿਲਮਾਂ 'ਚ ਮੋਸਟਲੀ ਮੇਲ ਹੀ ਹੁੰਦੇ ਆ। ਸੋ ਕਿਤੇ ਨਾ ਕਿਤੇ ਉਹ ਜੋ that feminine, ਮਾਈ ਕੁਐਸਚਨ ਟੂ ਯੂ ਕਿ ਜਿਹੜਾ ਵੈਸਟ 'ਚ ਆ, ਮੈਂ ਹੁਣ ਜਿੱਦਾਂ ਸੋਸ਼ਲ ਮੀਡੀਆ ਇਹਨਾਂ ਤਾਂ ਨਹੀਂ ਦੇਖਦਾ, ਪਰ ਜਿੰਨੀ ਵੀ ਚੀਜ਼ ਉਹ ਪਤਾ ਨਹੀਂ ਮੇਰੀ ਲਾਈਕਿੰਗ ਵੈਸਟ ਆ, ਉਹ ਮੇਰੇ ਕੋਲ ਜਿਹੜੀ ਵੀ ਚੀਜ਼ ਆਉਂਦੀ ਨਾ ਉਹ ਵੈਸਟ ਦੀ ਆਉਂਦੀ ਹੈ, ਔਨ ਫੋਨ ਵੀ। ਉੱਥੇ ਮੈਂ ਦੇਖਦਾ ਕਿ ਡੋਮੀਨੈਂਸ ਮੇਜਰਲੀ ਫੀਮੇਲ ਦਾ ਹੈ। ਇਜ਼ ਦਿਸ ਰਾਈਟ ਔਰ ਨੋ? I mean, I think so, or it's equal. I mean, ਆ ਕਹਿਣਾ ਚਾਹੁੰਦੇ ਕਿ ਜਿਹੜਾ ਆਊਟਸਪੋਕਨ ਵਰਡ ਆਇਆ ਨਾ, ਮੈਨੂੰ ਉਹ ਤੋਂ ਯਾਦ ਆਇਆ ਕਿ ਗਰਲਸ ਆਰ ਸੋ ਆਊਟਸਪੋਕਨ, ਹੈ ਨਾ। ਉਹ ਜਾ ਕੇ ਇਹਦਾ ਮਾਈਕ ਫੜ ਕੇ ਮੁੰਡਿਆਂ ਨੂੰ ਪੁੱਛਦੀਆਂ, ਓ ਵਾਟ ਡੂ ਯੂ ਲਾਈਕ ਦਿਸ। ਮੈਨੂੰ ਲੱਗਦਾ ਕਿ ਉਹ ਲੋਕੀ ਜ਼ਿਆਦਾ ਐਕਸਪ੍ਰੈਸਿਵ ਨੇ। ਹਾਂ, ਕਿਉਂਕਿ ਉੱਥੇ ਐਕਸਪ੍ਰੈਸਿਵਨੈਸ ਉੱਥੇ ਪ੍ਰਮੋਟ ਕੀਤਾ ਜਾਂਦਾ ਕਿ ਆਪਣੇ ਆਪ ਨੂੰ ਐਕਸਪ੍ਰੈਸ ਕਰੋ। ਯੂ ਆਰ ਮਤਲਬ ਐਂਟਾਈਟਲਡ ਕਿ ਜੇ ਤੁਹਾਨੂੰ ਕੋਈ ਚੀਜ਼ ਨਹੀਂ ਪਸੰਦ ਤਾਂ ਨਹੀਂ ਪਸੰਦ। ਇੱਥੇ ਸਾਨੂੰ ਤਾਂ ਹਾਂਜੀ ਹਾਂਜੀ ਹਾਂ ਉਹ ਸੁਪਰ ਹਿੱਟ ਫਿਲਮ, ਬਹੁਤ ਵਧੀਆ ਫਿਲਮ ਸੀ, ਮਤਲਬ ਐਵੇਂ ਬੋਲੀ ਜਾਓ। ਉੱਥੇ ਤੁਹਾਨੂੰ ਮਤਲਬ ਦੇ ਟੀਚ ਯੂ ਕਿ ਆਪਣੇ ਆਪ ਨੂੰ ਐਕਸਪ੍ਰੈਸ ਕਰੋ। ਮੇਰੀ ਬੇਟੀ ਫਟ ਦੇ ਨੇ ਕਹਿ ਦਿੰਦੀ ਆ, ਭਾਵੇਂ ਕਿਸੇ ਨੂੰ ਰਿਸ਼ਤੇਦਾਰ ਨੂੰ ਬੁਰਾ ਲੱਗੇ, ਹੱਗ ਨੋ। ਹਾਂ ਠੀਕ ਆ, ਉਹਨਾਂ ਦਾ ਰਾਈਟ ਆ, ਉਹਨਾਂ ਦੀ ਬਾਡੀ ਆ, ਨਹੀਂ ਹੱਗ ਦੇਣੀ ਤਾਂ ਨਹੀਂ ਦੇਣੀ, ਯੂ ਨੋ ਵਾਟ ਆਈ ਮੀਨ। ਸੋ ਇਹ ਉਹ ਚੀਜ਼ਾਂ ਉੱਥੇ ਸਿਖਾਈਆਂ ਜਾਂਦੀਆਂ। ਸਾਨੂੰ ਹਮੇਸ਼ਾ ਦਬ ਕੇ ਰਹਿਣਾ ਪੈਂਦਾ, ਚੁੱਪ, ਕਿਸੇ ਦੇ ਵੱਡੇ ਦੇ ਸਾਹਮਣੇ ਬੋਲਣਾ ਨਹੀਂ, ਇਹ ਉਹ। ਸੋ ਇਟਸ ਜਸਟ, ਪਰ ਮੇਰਾ ਕਿਉਂਕਿ ਅਸੀਂ ਸੀਰੀਅਸ ਕਨਵਰਸੇਸ਼ਨ 'ਚ ਮੈਂ ਕਹਿੰਦਾ ਕਿ ਚਲੋ ਕਿਸੇ ਸੋਲੂਸ਼ਨ, ਮੇਰਾ ਇੱਕ ਇਹ ਵੀ ਐਲੀਮੈਂਟ ਹੈ ਕਿ ਦਿਸ ਇਜ਼ ਦੀ ਸੋਸਾਈਟਲ ਬਿਊਟੀ ਆਫ ਦੀ ਈਸਟ। ਇਹਨੂੰ ਅਸੀਂ ਇਹ ਵੀ ਮੰਨਦੇ ਹਾਂ, ਹੈ ਨਾ, ਕਿ ਸਾਡਾ ਜਿਹੜਾ ਕਲਚਰ ਹੈ, ਜਿਹਨੂੰ ਤੁਸੀਂ ਸੱਭਿਆਚਾਰ ਵਿਰਾਸਤ ਕਹਿੰਦੇ ਆ, ਕਿ ਸਾਡੀ ਖੂਬੀ ਇਹ ਆ ਪਰਦਾਦਾਰੀ, ਲੈਸ ਸਪੀਕਿੰਗ, ਸ਼ਾਈਨੈਸ। ਹੁਣ ਉਹਨੂੰ ਤੁਸੀਂ ਕਿੱਦਾਂ ਕਾਊਂਟਰ ਕਰਨਾ ਹੈ, ਇਹ ਬਹੁਤ ਹੀ ਮਤਲਬ ਕਿ
ਇਟਸ ਅ ਫਾਈਨ ਬੈਲੈਂਸ ਮੈਂ ਕਿ ਆਈ ਲਵ ਆਰ ਕਲਚਰ ਆਈ ਲਵ ਜਿਵੇਂ ਅਸੀਂ ਵੱਡਿਆਂ ਦੀ ਰਿਸਪੈਕਟ ਕਰਦੇ ਹਾਂ ਬਟ ਇਸ ਹੱਦ ਤੱਕ ਨਹੀਂ ਕਿ ਤੁਸੀਂ ਆਪਣੇ ਆਪ ਸਫਰ ਕਰ ਰਹੇ ਹੋ ਜੇ ਕਿਸੇ ਨੂੰ ਕੋਈ ਗਲਤ ਵਾਈਬ ਆ ਰਹੀ ਆ ਕੋਈ ਬੱਚੀ ਨੂੰ ਕੋਈ ਬੱਚੇ ਨੂੰ ਕੋਈ ਕੁੜੀ ਨੂੰ ਕੋਈ ਮੁੰਡੇ ਨੂੰ ਕਿ ਤੁਸੀਂ ਉਹਨੂੰ ਵੀ ਮਤਲਬ ਇਗਨੋਰ ਕਰਦੇ ਰਹੋ ਕਿਉਂਕਿ ਇਟਸ ਨਾਟ ਦ ਰਾਈਟ ਥਿੰਗ ਟੂ ਡੂ ਕਿ ਤੁਸੀਂ ਬੋਲ ਨਹੀਂ ਸਕਦੇ ਕਿਉਂਕਿ ਕਿਸੇ ਨੂੰ ਬੁਰਾ ਲੱਗੂਗਾ ਕਿ ਆਈ ਐਮ ਫੀਲਿੰਗ ਅਨਕੰਫਰਟੇਬਲ ਮੈਂ ਇਹ ਨਹੀਂ ਕਹਿੰਦੀ ਕਿ ਕਿਸੇ ਦੀ ਬੇਇੱਜ਼ਤੀ ਕਰੋ ਡਿਸਰਿਸਪੈਕਟ ਕਰੋ ਪਰ ਆਮ ਸੇਇੰਗ ਕਿ ਸਾਨੂੰ ਇਹ ਤਾਂ ਇਜਾਜ਼ਤ ਹੋਣੀ ਚਾਹੀਦੀ ਕਿ ਜੇ ਸਾਨੂੰ ਕੋਈ ਚੀਜ਼ ਅਨਕੰਫਰਟੇਬਲ ਕਰ ਰਹੀ ਆ ਸਾਨੂੰ ਉਹ ਤਾਂ ਕਹਿਣ ਦਿਓ ਬਿਲਕੁਲ ਤੁਸੀਂ ਬਹੁਤ ਐਪਰੋਪ੍ਰੀਏਟ ਵਰਡ ਯੂਜ਼ ਕੀਤਾ ਕਿ ਫਾਈਨ ਬੈਲੈਂਸ ਹੋਣਾ ਚਾਹੀਦਾ ਮਤਲਬ ਇਹ ਸਾਡੇ ਖੂਨ 'ਚ ਆ ਸਾਡੇ ਕਲਚਰ 'ਚ ਆ ਮੈਨੂੰ ਲੱਗਦਾ ਕਿ ਛੋਟੀਆਂ ਨਾ ਆਲਟਰੇਸ਼ਨ ਨੀਡਡ ਆ ਹੁਣ ਮੇਰੇ ਖਿਆਲ 'ਚ ਕਿ ਕਰਨੀਆਂ ਪੈਣੀਆਂ ਹਰ ਇੱਕ ਚਾਹੇ ਉਹ ਇਰਾਨੀਅਨ ਕਲਚਰ ਹੋ ਗਿਆ ਚਾਹੇ ਉਹ ਅਰੇਬੀਅਨ ਕਲਚਰ ਹੋ ਗਿਆ ਚਾਹੇ ਸਾਡਾ ਹਿੰਦੁਸਤਾਨੀ ਹੋ ਗਿਆ ਮੇਜਰ ਕੰਸਰਨ ਈਸਟ ਦਾ ਹੀ ਆ ਜ਼ਿਆਦਾਤਰ ਉਹ ਤੇ ਲੋਕ ਸੌਰਟਡ ਹੀ ਹੈ ਮੈਨੂੰ ਲੱਗਦਾ ਉਹ ਕਹਿੰਦੇ ਚਲੋ ਹਨਾ ਕਿਉਂਕਿ ਸਾਡੇ ਤੇ ਵੈਸਟ ਦਾ ਇੰਪ੍ਰੈਸ਼ਨ ਪੈ ਗਿਆ ਸਾਡੀ ਕਲੋਥਿੰਗ ਵੈਸਟ ਹੋ ਗਈ ਸਾਡੀ ਲਿੰਗੁਇਸਟਿਕ ਅਪਰੋਚ ਸਾਰੀ ਵੈਸਟ ਹੋ ਗਈ ਬਿਕੋਜ਼ ਸਾਨੂੰ ਇਹ ਲੱਗਦਾ ਕਿ ਯਾਰ ਉਹ ਵੱਡੇ ਲੋਕ ਨੇ ਜਾਂ ਉਹ ਗਲੋਬਲ ਏਰੀਆ ਦੇ ਵਿੱਚ ਵਿਚਰਦੇ ਨੇ ਹਨਾ ਜਿੱਦਾਂ ਹੁਣ ਸਟੇਟਸ ਦਾ ਓਬਵੀਅਸਲੀ ਇੰਪਾਵਰਿੰਗ ਕੰਟਰੀ ਹੈ ਹਨਾ ਲੋਕ ਉਧਰ ਨੂੰ ਦੇਖਦੇ ਇਵਨ ਬ੍ਰਿਟਿਸ਼ ਲੋਕ ਵੀ ਉਧਰ ਨੂੰ ਦੇਖਦੇ ਆ ਇਨ ਅ ਮੈਨਰ ਸਾਡੇ ਤੇ ਹੁਣ ਬਾਕੀ ਸਾਰੀਆਂ ਚੀਜ਼ਾਂ ਦਾ ਇੰਪ੍ਰੈਸ਼ਨ ਠੀਕ ਆ ਗਿਆ ਜਦੋਂ ਆਹ ਸੋਸਾਈਟਲ ਅਲਟਰੇਸ਼ਨਸ ਦੀ ਗੱਲ ਆਉਂਦੀ ਆ ਉੱਥੇ ਜਾ ਕੇ ਰਿਜਿਡਨੈਸ ਆਈ ਜਾਣੀ ਆ ਮੈਂ ਤੁਹਾਨੂੰ ਇੱਕ ਛੋਟਾ ਜਿਹਾ ਇੰਸੀਡੈਂਟ ਸ਼ੇਅਰ ਕਰਦਾ ਨਿਊ ਜਰਸੀ ਤੋਂ ਨਾ ਸਾਡੇ ਘਰ ਦੇ ਸਾਹਮਣੇ ਕੋਈ ਬੰਦੇ ਸੀ ਬਜ਼ੁਰਗ ਸੀਗਾ ਅੱਛਾ ਜੀ ਉਹ ਵਾਪਸ ਆ ਗਏ ਇੰਡੀਆ ਫॉर ਲਿਟਲ ਟਾਈਮ ਤੇ ਉਹ ਮੇਰੇ ਡੈਡੀ ਦੇ ਦੋਸਤ ਸੀਗੇ ਤੇ ਸਾਡੇ ਪਾਰਕ ਜਾ ਕੇ ਬੈਠੇ ਸੀ ਮੇਰੇ ਡੈਡੀ ਵੀ ਥੋੜੇ ਜਿਹੇ ਟਾਕਟਿਵ ਹੈਗੇ ਆ ਨਾ ਇੱਕ ਦੂਜੇ ਨਾਲ ਗੱਲਾਂ ਕਰ ਰਹੇ ਤੇ ਮੈਂ ਆ ਗਿਆ ਬਾਈ ਚਾਂਸ ਮੇਰੇ ਨਾਲ ਵੀ ਮਿਲ ਤੇ ਮੈਨੂੰ ਦੱਸਣ ਲੱਗੇ ਅੱਛਾ ਅਸੀਂ ਇੱਥੇ ਰਹਿੰਦੇ ਜਰਸੀ ਮੈਂ ਕਿਹਾ ਉਹ ਅਸੀਂ ਆਏ ਸੀ ਦਿਸ ਐਂਡ ਦੈਟ ਗੱਲ ਕਰਦੇ ਮੈਂ ਕਿਹਾ ਤੁਸੀਂ ਕਿੱਦਾਂ ਆਏ ਉਹ ਇਦਾਂ ਹੈ ਜੀ ਸਾਡੀ ਕੁੜੀ ਸੀ ਹਨਾ ਉਹਦਾ ਕਿਸੇ ਯੂ نو ਆਊਟਸਾਈਡ ਕੀ ਕਹਿੰਦੇ ਨੇ ਰੇਸ 'ਚ ਸ਼ਾਦੀ ਹੋਣੀ ਸੀ ਤੇ ਉਹਨਾਂ ਨੂੰ ਇਹ ਗੱਲ ਅਪਰੂਵ ਨਹੀਂ ਸੀਗੀ ਉਹਨਾਂ ਦੇ ਲਈ ਕਿ ਸਾਡੀ ਬੱਚੀ ਆ ਉਹਦਾ ਬਾਹਰ ਕਿਤੇ ਕਿਉਂ ਵਿਆਹ ਹੋਵੇ ਹਨਾ ਤੇ ਉਹ ਵਿਆਹ 'ਚ ਨਹੀਂ ਸ਼ਾਮਿਲ ਹੋਏ ਅੱਛਾ ਉਹ ਹਿੰਦੁਸਤਾਨ ਆ ਗਏ ਵੀ ਅੱਛਾ ਹਫਤਾ 2 ਹਫ਼ਤੇ ਇੱਥੇ ਰਵਾਂਗੇ ਉਹਦਾ ਵਿਆਹ ਹੋ ਜਾਊਗਾ ਫਿਰ ਚਲ ਜਾਵਾਂਗੇ ਸੋ ਇਹ ਹੁਣ ਮੈਂ ਇਹ ਨਹੀਂ ਕਹਿੰਦਾ ਉਹ ਗਲਤ ਆ ਉਹਨਾਂ ਦੀ ਸਾਰੀ ਜ਼ਿੰਦਗੀ ਇੱਥੇ ਵਿਚਰੀ ਆ ਉਹਨਾਂ ਦੀਆਂ ਸਾਰੀਆਂ ਨਰਿਸ਼ਿੰਗ ਸਾਰੇ ਐਲੀਮੈਂਟਸ ਉਹਨਾਂ ਦੇ ਵਿੱਚ ਨੇ ਉਹ ਇੱਦਾਂ ਵੈਨਿਸ਼ ਤਾਂ ਹੋਣ ਨਹੀਂ ਲੱਗੇ ਕਿ ਅੱਛਾ ਠੀਕ ਹੈ ਬੱਚੇ ਰਾਜ਼ੀ ਰਹੋ ਠੀਕ ਹੈ ਵਧੀਆ ਇੱਦਾਂ ਨਹੀਂ ਕਹਿ ਸਕਦੇ ਅਸੀਂ ਬਜ਼ੁਰਗਾਂ ਨੂੰ ਵੀ ਮਾੜਾ ਨਹੀਂ ਕਹਿ ਸਕਦੇ ਯਾਰ ਕਿ ਅੱਛਾ ਓਲਡ ਸਕੂਲ ਨੇ ਜਾਂ ਉਹ ਕਰਦੇ ਆ ਇਹ ਹੌਲੀ ਥੋੜਾ ਜਿਹਾ ਦਾਦਾ ਜੀ ਨੂੰ ਸੋਚਣਾ ਪੈਣਾ ਥੋੜਾ ਜਿਹਾ ਬੱਚੇ ਨੂੰ ਸੋਚਣਾ ਪੈਣਾ ਅਲਟੀਮੇਟਲੀ ਆਫਟਰ ਫਿਊ ਈਅਰਸ ਮੈਨੂੰ ਲੱਗਦਾ ਉਹ ਕਿਤੇ ਨਾ ਕਿਤੇ ਬੈਲੈਂਸ ਆਊਗਾ ਬਿਲਕੁਲ ਤੇ ਇਹ ਮੈਨੂੰ ਲੱਗਦਾ ਕਿ ਸਾਡਾ ਅਗਲੀ ਜਨਰੇਸ਼ਨ ਹੈ ਸਾਡਾ ਵੀ ਰਹੂਗਾ ਹੀ ਕਿਤੇ ਨਾ ਕਿਤੇ ਮਤਲਬ ਗੈਪ ਉਹਨਾਂ ਰਹੂਗਾ ਨਾ ਫਿਲਮ ਦੇ ਸਾਰੇ ਗਾਣੇ ਬਹੁਤ ਸੋਹਣੇ ਨੇਗੇ ਪਰ ਜਿਹੜਾ ਗਾਣਾ ਸਾਰਿਆਂ ਨੂੰ ਬਹੁਤ ਚੰਗਾ ਲੱਗ ਰਿਹਾ ਤੇ ਕੱਲ੍ਹ ਹੀ ਅਸੀਂ ਉਸ ਗਾਣੇ ਤੇ ਇੱਕ ਸਪੈਸ਼ਲ ਪ੍ਰੋਗਰਾਮ ਵੀ ਕੀਤਾ ਸੀਗਾ ਰੁਤਬਾ ਅੱਛਾ ਓਕੇ ਥੈਂਕ ਯੂ ਕਿਉਂਕਿ ਜਿਵੇਂ ਤੁਸੀਂ ਕਿਹਾ ਕਿ ਵੈਸੇ ਤੁਸੀਂ ਗੱਲ ਕਰਦੇ ਹੋ ਜਦੋਂ ਆਪਾਂ ਉੱਧਰ ਜਾਂਦੇ ਮੈਨੂੰ ਲੱਗਦਾ ਹੁੰਦਾ ਕਿ ਇਹ ਲੋਕੀ ਬਹੁਤ ਖੁਸ਼ ਨੇਗੇ ਇਹ ਜਦੋਂ ਕਿਸੇ ਨਾਲ ਅੱਖਾਂ 'ਚ ਅੱਖਾਂ ਪੈਂਦੀਆਂ ਨੇ ਤੇ ਇਹ ਸਮਾਈਲ ਕਰਦੇ ਨੇ ਕਿ ਚਿਹਰੇ ਇਹਨਾਂ ਦੇ ਖਿੜੇ ਹੋਏ ਨੇ ਤੇ ਆਪਣੇ ਲੋਕ ਥੋੜ੍ਹੇ ਜਿਹੇ ਅਸੀਂ ਜ਼ਿਆਦਾ ਰੁੱਖੇ ਹੋ ਗਏ ਜ਼ਿਆਦਾ ਅੱਕ ਕੇ ਅਸੀਂ ਬਿਨਾਂ ਗੱਲ ਤੋਂ ਬਿਨਾਂ ਕੰਮ ਤੋਂ ਕਿਸੇ ਨੂੰ ਮਿਲਣਾ ਨਹੀਂ ਚਾਹੁੰਦੇ ਹੈਗੇ ਤਾਂ ਸਾਨੂੰ ਲੱਗਦਾ ਹੈ ਕਿ ਜੇ ਮੈਂ ਸੀਰੀਅਸ ਰਹੂੰਗਾ ਆਪਣੇ ਆਪ 'ਚ ਰਹੂੰਗਾ ਤਾਂ ਮੇਰਾ ਪ੍ਰਭਾਵ ਜ਼ਿਆਦਾ ਹੋਊਗਾ ਹੈ ਨਾ ਤੇ ਅੱਜ ਦੇ ਟਾਈਮ 'ਚ ਉਹ ਗਾਣੇ ਦਾ ਆਉਣਾ ਮੈਂ ਕਹਿੰਦੀ ਹਾਂ ਬਹੁਤ ਕਮਾਲ ਦੀ ਗੱਲ ਆ ਓਕੇ ਤੁਹਾਡੇ ਬਾਰੇ ਵੀ ਪਰਸੈਪਸ਼ਨ ਹੈਗੀ ਹੈ ਕਿ ਇਹ ਨਹੀਂ ਕਿ ਤੁਸੀਂ ਲੋਕਾਂ ਨੂੰ ਇੱਦਾਂ ਮਿਲਦੇ ਹੋ ਕਿ ਅਗਰ ਸਰਤਾਜ ਜੀ ਨੂੰ ਮਿਲਣਾ ਤਾਂ ਥੋੜ੍ਹਾ ਸੋਫਿਸਟੀਕੇਟਡ ਹੋਣਾ ਪੈਣਾ ਸਿਆਣੇ ਹੋਣਾ ਪੈਣਾ ਆ ਤੇ ਉਹਨਾਂ ਦੇ ਨਾਲ ਤੁਸੀਂ ਜ਼ਿਆਦਾ ਫੈਲ ਕੇ ਗੱਲ ਨਹੀਂ ਕਰ ਸਕਦੇ ਹੈਗੇ ਤਾਂ ਨਾਪ ਤੋਲ ਕੇ ਮਤਲਬ ਦੀ ਉਹ ਗੱਲ ਕਰਨੀ ਆ ਤੇ ਤੁਹਾਨੂੰ ਕੀ ਲੱਗਦਾ ਹੈ ਕਿ ਤੁਹਾਡੇ ਬਾਰੇ ਲੋਕਾਂ ਨੂੰ ਇੱਦਾਂ ਸੋਚਣਾ ਚਾਹੀਦਾ ਜਾਂ ਨਹੀਂ ਕਹਿੰਦੇ ਨਹੀਂ ਹੁੰਦੇ ਆਮ ਟਾਇਰਡ ਆਫ ਇਟ ਹਰ ਬੰਦਾ ਕੋਈ ਵੀ ਇੰਟਰਵਿਊ ਲਾਉਂਦਾ ਨਾ ਉਹਦੀ ਪਹਿਲੀ ਪਰਸੈਪਸ਼ਨ ਇਹੀ ਹੁੰਦੀ ਹੈ ਬਟ ਆਫਟਰ ਫਿਊ ਮਿੰਟਸ ਮੈਨੂੰ ਲੱਗਦਾ ਚੇਂਜ ਹੋ ਜਾਂਦੀ ਹੈ ਪਤਾ ਤੀਜੀ ਵਾਰੀ ਮਿਲੇ ਮੈਨੂੰ ਲੱਗਦਾ ਚੇਂਜ ਹੋ ਗਈ ਹੋਣੀ ਹੈ ਤੁਹਾਡੀ ਇਹਨਾਂ ਦੀ ਵੀ ਇਹੀ ਸੀ ਪਹਿਲੀ ਵਾਰੀ ਜਦੋਂ ਅਸੀਂ ਮਿਲੇ ਸ਼ੀ ਵਾਸ ਵੈਰੀ ਰਿਜ਼ਰਵਡ ਕਿ ਅੱਛਾ ਮੈਂ ਤਾਂ ਵਾਈਟ ਸੂਟ ਖਰੀਦ ਕੇ ਆਈ ਸੀ ਫੈਬ ਇੰਡੀਆ ਤੋਂ ਮੈਂ ਤਾਂ ਬੈਠੀ ਸੀ ਮਤਲਬ ਹੁਣ ਮੈਨੂੰ ਪਤਾ ਨਹੀਂ ਕਿ ਮੈਂ ਇਹਨੂੰ ਕਿਸ ਤਰ੍ਹਾਂ ਜਸਟੀਫਾਈ ਕਰਾਂ ਕਿੱਦਾਂ ਕਲੈਰੀਫਾਈ ਕਰਾਂ ਕਿੱਦਾਂ ਐਸਟੈਬਲਿਸ਼ ਕਰਾਂ ਕਿ ਕਿਹੜੀ ਚੀਜ਼ ਆ ਜਿਹਦੇ ਨਾਲ ਤੁਸੀਂ ਕਹੋਗੇ ਯਾਰ ਹੀ ਇਜ਼ ਅ ਨਾਰਮਲ ਹਿਊਮਨ ਬੀਇੰਗ ਉਹ ਹੱਸਦੇ ਆ ਉਹ ਤੁਹਾਡੀਆਂ ਸਾਰੀਆਂ ਗੱਲਾਂ ਸੁਣਦੇ ਆ ਜਵਾਬ ਵੀ ਦਿੰਦੇ ਆ ਆਈ ਥਿੰਕ ਮੇਰੇ ਲਈ ਕੀ ਸੀ ਕਿ ਆਈ ਹੈਵ ਇਮੈਂਸ ਰਿਸਪੈਕਟ ਫॉर ਯੂ ਤੇ ਜਦੋਂ ਤੁਸੀਂ ਕਿਸੇ ਨੂੰ ਇੰਨੀ ਰਿਸਪੈਕਟ ਕਰਦੇ ਹੋ ਤਾਂ ਯੂ ਵਾਂਟ ਦੈਟ ਪਰਸਨ ਟੂ ਆਲਸੋ ਬੀ ਇੰਪ੍ਰੈਸਡ ਬਾਈ ਯੂ ਕਿਹਦੇ ਨਾਲ ਫਿਲਮ ਕਰ ਲਈ
ਓਕੇ ਆਈ ਅੰਡਰਸਟੂਡ ਥਿੰਕ ਇਹ ਜਸਟੀਫਿਕੇਸ਼ਨ ਆ ਸਾਰਿਆਂ ਦੀ, ਜੋ ਵੀ ਤੁਹਾਡੇ ਫੈਨਸ ਨੇ, ਜੋ ਵੀ ਤੁਹਾਨੂੰ ਸੁਣਦੇ ਨੇ। ਸੋ ਇਹ ਸਾਰਿਆਂ ਦਾ ਇਹ ਹੁੰਦਾ ਕਿ ਅਸੀਂ ਵੀ ਜਦੋਂ ਮਿਲਾਂਗੇ ਤਾਂ ਆਪਾਂ ਵੀ ਲੱਗੀਏ ਨਾ ਕਿ ਮਤਲਬ ਨਹੀਂ ਨਹੀਂ that is cute ਸਮਾਲ ਟਾਕ ਵਾਲੀ ਗੱਲ I ਹੋ think ਜੀ। so. I think this is it. This is the reason. I think ਹਾਂ ਇਹਨਾਂ ਨੇ ਬਹੁਤ ਮਾਈਨਿਊਟ ਗੱਲ ਫੜੀ ਹੈ। ਮੈਨੂੰ ਲੱਗਦਾ ਹੈ ਹਾਂ ਹੁਣ ਇਹਦੇ ਚ ਮੈਂ ਤੁਹਾਡੀ ਵੈਸਟ ਦੀ ਇੱਕ ਹੋਰ ਐਡੋਰੇਸ਼ਨ ਹੀ ਹੈ ਤੇ ਤੁਸੀਂ ਕਹੋਗੇ ਹੋਰ ਗੱਲਾਂ ਵਧੀ ਜਾਂਦੀਆਂ, ਪਤਾ ਨਹੀਂ ਕਿੰਨੀਆਂ ਕੁ ਚੀਜ਼ਾਂ ਰਹਿੰਦੀਆਂ, ਬਟ ਹੋ ਜਾਣੀਆਂ ਚਾਹੀਦੀਆਂ। ਕੈਨੇਡਾ ਟੂਰ 'ਚ ਫਸਟ ਟਾਈਮ ਜਦੋਂ ਪਹਿਲੀ ਵਾਰੀ ਮੈਂ 2009 'ਚ ਗਿਆ ਨਾ, ਤੇ ਜਨਰਲੀ ਇਹ ਹੁੰਦਾ ਸੀ ਕਿ ਅੱਛਾ ਫਲਾਣੇ ਉੱਥੇ ਹੈਗੇ, ਉਹ ਸਾਡੇ ਦੋਸਤ ਆ, ਉਹਨਾਂ ਦੇ ਘਰ ਰਹਿੰਦੇ ਆ। ਤੇ ਮੈਨੂੰ ਮੌਕਾ ਮਿਲਿਆ, ਮੈਂ ਕੈਲਗਰੀ ਕਿਸੇ ਦੇ ਘਰ ਸੀਗਾ ਤੇ ਉੱਥੇ ਬੇਸਮੈਂਟ ਹੁੰਦੀ ਆ ਤੇ ਰਹਿ ਗਿਆ। ਉਹਨਾਂ ਦੇ ਬੱਚੇ ਸੀਗੇ ਜਿੱਦਾਂ ਨਾ 15 16 17 ਹੋਣਗੇ। ਮੈਂ ਪਹਿਲੀ ਵਾਰੀ ਇਹ ਚੀਜ਼ ਮਹਿਸੂਸ ਕੀਤੀ ਕਿਉਂਕਿ 2009 'ਚ ਮੈਂ ਪਹਿਲੀ ਵਾਰੀ ਅਬਰੋਡ ਦੇ ਬੱਚਿਆਂ ਨੂੰ ਮਿਲਿਆ, ਉਹਨਾਂ ਦਾ ਨੇਚਰ ਦੇਖਿਆ ਤੇ ਉਹ ਜਿੱਦਾਂ ਉਹਨਾਂ ਨੂੰ ਪਤਾ ਲੱਗਦਾ ਸੀ ਕਿ ਮੈਂ ਟੇਬਲ ਤੇ ਬ੍ਰੇਕਫਾਸਟ ਲਈ ਬੈਠਾ ਤੇ ਮੈਨੂੰ ਇਹ ਚੀਜ਼ ਨਹੀਂ ਚੰਗੀ ਲੱਗ ਰਹੀ, ਇਹ ਲੱਗ ਰਹੀ ਹੈ। ਹੁਣ ਡੈਡ ਉਹਨਾਂ ਦੇ ਪੰਜਾਬ ਬੋਰਨ ਹੈ, ਉਹਨੇ ਕਹਿਣਾ ਉਹ ਭਾਜੀ ਪਾਓ ਪਾਓ ਤੁਸੀਂ ਖਾਓ ਖਾਓ, ਉਹਨੇ ਡੈਡ ਹੀ ਇਜ਼ ਨਾਟ ਲਾਈਕਿੰਗ ਇਟ, ਕੈਨ ਯੂ ਸੀ। ਤੇ ਮੈਨੂੰ ਪਤਾ ਲੱਗਿਆ ਕਿ ਯਾਰ ਉਹ ਬਹੁਤ ਹੀ ਫਾਈਨ ਆਬਜ਼ਰਵਰ ਨੇ, ਉਹ ਤੁਹਾਡੇ ਇਮੋਸ਼ਨ ਪੜ੍ਹਦੇ ਆ। ਇੱਦਾਂ ਹੁਣ ਜਿਹੜੀ ਗੱਲ ਇਹਨਾਂ ਨੇ ਫੜੀ ਆ, ਮੈਨੂੰ ਲੱਗਦਾ ਹੋਰ ਨਹੀਂ ਕੋਈ ਫੜ ਸਕਦਾ ਸੀਗਾ। ਇਹ ਤੁਹਾਡੀ ਅਪਬ੍ਰਿੰਗਿੰਗ ਜਿਹੜੀ ਉੱਥੋਂ ਦੀ ਆ, ਇਹ ਉਹਦਾ ਬੈਨੀਫਿਟ ਆ। ਬਾਹਰਲੇ ਕਲਚਰ ਦੇ ਵਿੱਚ ਇੰਡੀਵਿਜੂਅਲਿਸਟਿਕ ਕਲਚਰ ਦਾ ਬੈਨੀਫਿਟ ਵੀ ਆ, ਨੁਕਸਾਨ ਵੀ ਆ। ਇੰਡੀਵਿਜੂਅਲਿਸਟਿਕ 'ਚ ਇਹ ਹੁੰਦਾ ਕਿ ਓਕੇ ਮੈਨੂੰ ਇਹ ਚੀਜ਼ ਜੱਚ ਰਹੀ ਆ ਤਾਂ ਮੈਂ ਕਰ ਰਹੀ ਹਾਂ, ਨਹੀਂ ਜੱਜੂਗੀ ਨਹੀਂ ਕਰੂੰਗੀ। ਇੱਥੇ ਦੀ ਬਿਊਟੀ ਕੀ ਆ, ਮੇਰੇ ਮਾਪਿਆਂ ਨੂੰ ਇਹ ਚੰਗਾ ਲੱਗਦਾ ਮੈਂ ਤਾਂ ਵੀ ਕਰਨ ਦੇਣਾ, ਮੇਰੇ ਭਰਾ ਨੂੰ ਚੰਗਾ ਲੱਗਦਾ ਠੀਕ ਹੈ ਉਹ ਵੀ ਸਹੀ ਹੈ। ਹਾਂ ਸੋ ਉਹ ਦੋਨੋਂ ਕਲਚਰਸ ਦੀਆਂ ਆਪਣੀਆਂ ਆਪਣੀਆਂ ਇੰਪੋਰਟੈਂਸਸ, ਆਪਣੀਆਂ ਆਪਣੀਆਂ ਬਿਊਟੀਜ਼ ਹੈਗੀਆਂ ਨੇ, ਬਟ ਸਾਨੂੰ ਜਿੱਦਾਂ ਨਹੀਂ ਕਹਿੰਦੇ ਹੁੰਦੇ ਉਹ ਮਰਜ ਕਰਨਾ ਪੈਣਾ ਕਿਸੇ ਨਾ ਕਿਸੇ ਤਰੀਕੇ। ਬਿਲਕੁਲ। ਤੇ ਖਾਸ ਤੌਰ ਤੇ ਤੁਸੀਂ ਜਿਵੇਂ ਇਹ ਗਾਣਾ ਗਾਇਆ, ਇਹਦੇ ਤੇ ਕੁਝ ਕਹਿਣਾ ਚਾਹੋਗੇ ਕਿ ਅੱਜ ਕੱਲ੍ਹ ਅਸੀਂ ਜੇ ਕਿਸੇ ਨੂੰ ਮਿਲਣਾ ਵੀ ਚਾਹੁੰਦੇ ਹਾਂ ਤਾਂ ਆਪਾਂ ਕਹਿੰਦੇ ਹਾਂ ਮੈਂ ਪਹਿਲਾਂ ਕਿਉਂ ਕਵਾਂ, ਮੈਂ ਪਹਿਲਾਂ ਗੱਲ ਕਿਉਂ ਕਰਾਂ, ਇਨ ਜਨਰਲ ਵੀ ਹੈ ਨਾ। ਇਹ ਗੱਲ ਪਤਾ ਨਹੀਂ, ਇਹ ਗੱਲ ਪਿਛਲੀ ਵਾਰੀ ਵੀ ਅਸੀਂ ਇੱਕ ਲਵਲੀ ਯੂਨੀਵਰਸਿਟੀ 'ਚ ਕਨਵਰਸੇਸ਼ਨ ਜੀ ਕੀਤੀ ਸੀ ਤੇ ਇਹ ਗੱਲ ਹੋਈ ਸੀਗੀ ਕਿ ਅੱਛਾ ਇਹ ਵੀ ਹੁੰਦਾ ਆ ਈਵਨ ਕਪਲ 'ਚ ਜਿਹੜੇ ਲਵ ਬਰਡਸ ਹੁੰਦੇ ਆ ਨਾ, ਮਤਲਬ ਬॉयਫ੍ਰੈਂਡ ਗਰਲਫ੍ਰੈਂਡ, ਉਹਨਾਂ 'ਚ ਵੀ ਇਹ ਹੁੰਦਾ ਕਿ ਅੱਛਾ ਮੈਂ ਕਿਉਂ ਕਹਾਂ। ਮੈਂ ਕਿਹਾ ਯਾਰ ਇਹ ਵਾਟ ਸੋਰਟ ਆਫ ਲਵ ਇਟ ਇਜ਼, ਹੈ ਨਾ। ਉੱਥੇ ਤਾਂ ਮਤਲਬ ਤੁਹਾਨੂੰ ਤੁਸੀਂ ਵੀ ਫਿਦਾ ਹੁੰਦੇ ਹੋ, ਉਹ ਵੀ ਫਿਦਾ ਹੁੰਦੇ ਹੋ, ਤੁਸੀਂ ਵੀ ਨਿਸਾਰ ਹੁੰਦੇ ਹੋ, ਉਹ ਵੀ ਨਿਸਾਰ ਹੁੰਦਾ ਇੱਕ ਦੂਜੇ ਦੀ, ਹੈ ਨਾ। ਉਹ ਸੋ ਇਹ ਮੈਨੂੰ ਕਦੀ ਸਮਝ ਨਹੀਂ ਆਇਆ, ਹੋ ਸਕਦਾ ਤੁਸੀਂ ਇਸ ਜਨਰੇਸ਼ਨ ਨਾਲ ਵਿਚਰਦੇ ਨਹੀਂ ਆ ਜਾਂ ਇਹ ਚੀਜ਼ ਹੈਪਨ ਹੁੰਦੀ ਨਹੀਂ ਦੇਖਦੇ, ਬਟ ਮੈਨੂੰ ਲੱਗਦਾ ਕਿ ਜੋ ਵੀ ਦਿਲ ਕਰਦਾ, ਜਿਵੇਂ ਵੀ ਦਿਲ ਕਰਦਾ, ਜਿਹਨੂੰ ਤੁਸੀਂ ਕਹਿ ਸਕਦੇ ਹੋ ਉੱਥੇ ਲਫ਼ਜ਼ ਮੁਹੱਬਤ ਜ਼ਾਹਿਰ ਜੀ ਗੱਲ ਹੈ ਐਗਜ਼ਿਸਟ ਕਰਦਾ, ਅਦਰਵਾਈਜ਼ ਉੱਥੇ ਕੁਝ ਹੋ ਰਿਹਾ, ਉਹ ਮੁਹੱਬਤ ਨਹੀਂ ਹੈਗੀ ਫਸਟ ਆਫ ਆਲ। ਸੋ ਜਿਹੜਾ ਉਹ ਗਾਣਾ ਹੈ ਨਾ ਕਿ ਕਿਤੇ ਨਹੀਂ ਤੇਰਾ ਰੁਤਬਾ ਘਟਦਾ ਜੇ ਹੱਸ ਕੇ ਬੁਲਾ ਲਵੇਂ ਕਿੱਧਰੇ, ਹੈ ਨਾ। ਸੋ ਉਹ ਮੈਨੂੰ ਲੱਗਦਾ ਕਿਸੇ ਨਾ ਕਿਸੇ ਅਨਕੌਂਸ਼ੀਅਸ ਜਿਹੜੀਆਂ ਮੈਂ ਗੱਲਾਂ ਸੁਣੀਆਂ ਹੋਣੀਆਂ ਨਾ ਆਲੇ ਦੁਆਲੇ ਕਿ ਮੈਂ ਕਿਉਂ ਕਹਾਂ, ਮੈਂ ਕਿਉਂ ਕਹਾਂ, ਮੈਂ ਫਲਾਵਰ ਪਹਿਲਾਂ ਕਿਉਂ ਦੇਵਾਂ, ਮੈਂ ਮੈਸੇਜ ਪਹਿਲਾਂ ਕਿਉਂ ਕਰਾਂ। ਮੈਨੂੰ ਲੱਗਦਾ ਇਸ ਚੀਜ਼ 'ਚੋਂ ਮੇਰੇ ਬਹੁਤ ਸਾਰੇ ਇਹੋ ਜਿਹੇ ਗਾਣੇ ਜਿਨ੍ਹਾਂ ਬਾਰੇ ਮੈਂ ਵੀ ਐਕਸਪਲੇਨ ਨਹੀਂ ਕਰ ਸਕਦਾ, ਐਲੈਬੋਰੇਟ ਨਹੀਂ ਕਰ ਸਕਦਾ ਕਿ ਕਿਉਂ ਆਇਆ। ਜਿਵੇਂ ਨਦਾਨ 'ਚ ਹੀ ਆਸ ਹੈ, ਮੈਨੂੰ ਲੱਗਦਾ ਇੱਕ ਬਹੁਤ ਵੱਡੇ ਬੰਦੇ ਮੇਰੇ ਕੋਲ ਆਏ ਕਿ ਯਾਰ ਤੁਸੀਂ ਕਿੱਥੋਂ ਲਿਖਿਆ, ਮੈਂ ਮੈਨੂੰ ਵੀ ਨਹੀਂ ਪਤਾ, ਬਟ ਇਹ ਹੈਪਨ ਹੋ ਗਿਆ ਮੇਰੇ ਨਾਲ ਤੇ ਆਈ ਐਮ ਲਵਿੰਗ ਇਟ ਸਮਟਾਈਮਸ। ਸੋ ਇਹੋ ਜਿਹੀਆਂ ਚੀਜ਼ਾਂ ਪੋਇਟ ਦਾ ਇਹੀ ਹੁੰਦਾ ਕਿ ਉਹ ਤੁਹਾਡਾ ਜ਼ਰੀਆ ਹੁੰਦਾ, ਸਮਟਾਈਮਸ ਉਹ ਕ੍ਰੀਏਟਰ ਨਹੀਂ ਹੁੰਦਾ, ਉਹਨੇ ਬਸ ਯੂਨੀਵਰਸ 'ਚੋਂ ਨਾ ਇੱਕ ਕੋਈ ਨਾ ਕੋਈ ਐਲੀਮੈਂਟ ਉਹਦੇ ਆਲੇ ਦੁਆਲੇ ਫਿਰਦਾ, ਉਹਨੇ ਉਹਨੂੰ ਲਫ਼ਜ਼ ਦੇ ਦਿੱਤੇ ਹੁੰਦੇ ਆ, ਉਹ ਹੁੰਦਾ ਇਮੋਸ਼ਨ ਸਾਰਿਆਂ ਦਾ ਹੀ। ਇੱਕ ਇੰਟਰੈਕਸ਼ਨ ਦੇ ਵਿੱਚ ਇਹਨਾਂ ਨੇ ਇੱਕ ਆਪ ਸਵਾਲ ਕਰਕੇ ਜਵਾਬ ਦਿੱਤਾ ਕਿ ਮੈਂ ਚਾਹੁੰਦਾ ਸੀ, ਜਾਂ ਤੁਹਾਡੇ 'ਚੋਂ ਵੀ ਹੋ ਸਕਦਾ ਕੋਈ ਪੁੱਛ ਲਵੇ ਕਿ ਪਿਆਰ ਕੀ ਹੁੰਦਾ ਆ, ਪਰ ਇਹ ਸਵਾਲ ਮੈਂ ਤੁਹਾਨੂੰ ਪੁੱਛਣਾ ਚਾਹੁੰਦੀ ਹਾਂ ਕਿ ਤੁਹਾਡੇ ਲਈ ਪਿਆਰ ਕੀ ਆ। ਮੇਰੇ ਲਈ ਪਿਆਰ ਕੀ ਆ, ਮੇਰੇ ਲਈ ਪਿਆਰ ਇਹ ਆ ਕਿ ਯੂ ਡੋਂਟ ਹੈਵ ਟੂ ਬੀ, ਮਤਲਬ ਮੈਨੂੰ ਐਂ ਲੱਗਦਾ ਕਿ 24 ਘੰਟੇ ਤੁਸੀਂ ਇੱਕ ਦੂਸਰੇ ਨੂੰ ਮੈਸੇਜ ਕਰਦੇ ਰਹੋ, ਚੈੱਕ ਇਨ ਕਰਦੇ ਰਹੋ। ਮੈਂ ਇੱਥੇ ਬੈਠੀ ਹਾਂ, my husband is there, ਮੈਨੂੰ ਪਤਾ ਹੈ ਕਿ ਉਹ ਪਿਆਰ ਹੈ, he is taking care there, I'm taking care here, and ਜੋ ਬਸ ਪਤਾ ਹੈ ਕਿ your partner is there but he's not there, just knowing ਕਿ no matter what ਇੱਕ ਦੂਜੇ ਲਈ ਤੁਸੀਂ ਹੈਗੇ ਆ, and that's real, ਉਹ ਮੈਨੂੰ reality ਲੱਗਦੀ ਆ ਜਦੋਂ you know ਅਸੀਂ ਘਰੇ ਬੈਠੇ ਆ just in our pajamas doing nothing, ਉਹ ਮੈਨੂੰ ਪਿਆਰ ਲੱਗਦਾ। ਜੇ ਤੁਸੀਂ ਕਿਸੇ ਨਾਲ ਆਏ ਮਤਲਬ ਪੀਸਫੁਲੀ ਬੈਠ ਸਕਦੇ ਹੋ, no tension, no worry, No formality. no formality, ਉਹ ਮੈਨੂੰ ਪਿਆਰ ਲੱਗਦਾ ਹੈ। ਬਿਲਕੁਲ। ਭਾਜੀ ਤੁਹਾਨੂੰ ਯੂਨੀਵਰਸਿਟੀ ਦੀ ਇੰਗਲਿਸ਼ ਹੱਟ ਯਾਦ ਹੈ? ਹਾਂਜੀ ਹਾਂਜੀ 100%। ਮੈਂ ਪਿਛਲੇ 10 ਦਿਨਾਂ 'ਚ ਮੈਂ ਕਹਿੰਦੀ ਬਹੁਤ ਕੋਸ਼ਿਸ਼ਾਂ ਕੀਤੀਆਂ ਕਿ ਤੁਹਾਨੂੰ ਉੱਥੇ ਲਿਜਾ ਕੇ ਇੰਟਰਵਿਊ ਕੀਤਾ ਜਾਵੇ, ਕਿਉਂਕਿ ਤੁਹਾਡੀਆਂ ਬੜੀਆਂ ਯਾਦਾਂ ਉੱਥੇ ਨਾਲ ਜੁੜੀਆਂ ਹੋਈਆਂ ਨੇਗੀਆਂ। ਮੋਤੀ ਚਮੇਲੀ ਦਾ ਜਿਹੜਾ ਹੈ ਨਹੀਂ, ਮਿੱਠੇ ਮਿੱਠੇ ਫੁੱਲ ਨੇ ਸਫੈਦਿਆਂ ਤੋਂ ਕਿਰੀ ਜਾਂਦੇ ਚੁੱਕ ਕੇ ਹੋਠਾਂ ਦੇ ਨਾਲ, ਜਿਹੜੇ ਸਫੈਦੇ ਉੱਤੇ ਫੁੱਲ ਲਿਖੇ ਹੋਏ ਸੀ, ਮੈਂ ਉਹਨਾਂ ਤੋਂ ਹੀ ਉਹ ਗਾਣਾ ਲਿਖਿਆ ਸੀ। ਬਿਲਕੁਲ। ਤੇ ਇੱਕ ਵਾਰੀ ਆਪਾਂ ਇਸੇ ਫਿਲਮ ਦਾ ਇਹ ਗਾਣਾ ਸੁਣ ਲਈਏ, ਰੁਤਬਾ। ਹਾਂਜੀ ਓਕੇ। ਕੋਈ ਹੋਰ ਪੈਰਾ ਪਾਉਣੇ ਆ? ਤੁਹਾਨੂੰ ਕੋਈ ਪੈਰਾ ਯਾਦ ਆ? ਇੰਨੀ ਵਾਰੀ ਤੁਸੀਂ ਗਾਣਾ ਉਹ ਸੁਣਿਆ? ਜਿਹੜਾ ਬੈਂਚ ਵਾਲਾ ਸਟਾਰਟ ਕਿੱਥੋਂ ਹੁੰਦਾ?
ਸੁਪਨੇ 'ਚ ਜਦੋਂ ਜਤਾਉਣਾ ਹੱਕ ਹਾਂ ਖਾਬਾਂ ਤੇ ਖਿਆਲਾਂ ਨੂੰ ਵੀ ਹੁੰਦਾ ਸ਼ੱਕ ਵੇ ਜਦੋਂ ਕਦੀ ਗੁੱਸੇ 'ਚ ਜਤਾਉਣਾ ਹੱਕ ਵੇ ਖਾਬਾਂ ਤੇ ਖਿਆਲਾਂ ਨੂੰ ਵੀ ਹੁੰਦਾ ਸ਼ੱਕ ਵੇ ਜਦੋਂ ਕਦੇ ਗੁੱਸੇ 'ਚ ਜਤਾਉਣਾ ਹੱਕ ਵੇ ਰੋਬ ਤੇਰੇ ਸਾਨੂੰ ਤਾਂ ਹੈਰਾਨ ਕਰਦੇ ਅੱਖਾਂ ਪਾ ਕੇ ਵੇਖੇ ਜਦੋਂ ਇੱਕ ਟੱਕ ਵੇ ਇਹ ਸੁਪਨੇ ਨੂੰ ਸੁਪਨੇ ਚੋਂ ਕੱਢ ਕੇ ਹਕੀਕਤਾਂ ਬਣਾ ਲਵੇਂ ਕਿਧਰੇ ਇਹ ਸੁਪਨੇ ਨੂੰ ਸੁਪਨੇ ਚੋਂ ਕੱਢ ਕੇ ਹਕੀਕਤਾਂ ਬਣਾ ਲਵੇਂ ਕਿਧਰੇ ਕਿਤੇ ਨਿਸ਼ਾਨੋ ਸ਼ੌਕ ਤਾਂ ਜਾਂਦੀਆਂ ਮੁਹੱਬਤਾਂ ਜਤਾ ਲਵੇਂ ਕਿਧਰੇ ਕਿਤੇ ਨੀ ਤੇਰਾ ਰੁਤਬਾ ਕੱਟਦਾ ਜੇ ਹੱਸ ਕੇ ਬੁਲਾ ਲਵੇਂ ਕਿਧਰੇ ਬਹੁਤ ਸ਼ੁਕਰੀਆ, ਬਹੁਤ ਮਿਹਰਬਾਨੀ। ਇੱਕ ਵਾਰ ਫਿਰ ਤੋਂ ਤੁਹਾਨੂੰ ਤੇ ਬਾਕੀ ਸਾਰੀ ਟੀਮ ਨੂੰ ਫਰੰਟ ਦਾ ਕੈਮਰਾ, ਬਿਹਾਈਂਡ ਦਾ ਕੈਮਰਾ, ਜਿੰਨੇ ਵੀ ਲੋਕ ਜੁੜੇ ਹੋਏ ਨੇ ਫਿਲਮ ਦੇ ਲਈ, ਤੇ ਉਹਨਾਂ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ। Thank you. ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਥੈਂਕ ਯੂ ਫਿਲਮ ਕਲੀ ਜੋਟਾ 3 ਫਰਵਰੀ ਨੂੰ ਆ ਰਹੀ ਹੈ, ਜ਼ਰੂਰ ਜਾਇਓ ਵੇਖਣ। ਮੈਨੂੰ ਗੁਰਦੀਪ ਨੂੰ ਫਿਲਹਾਲ ਦੇ ਲਈ ਇਜਾਜ਼ਤ ਦੇ ਦਿਓ, ਆਪਾਂ ਫਿਰ ਮਿਲਦੇ ਹਾਂ। ਸਤਿ ਸ਼੍ਰੀ ਅਕਾਲ।